ਅਮਰਦਾਸ ਗੁਰ ਹਿਰਦੈ ਧਿਆਮੁ, ਹਿਰਦੈ ਧਿਆਮੁ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬੇਗਨਨ ਕੇ ਨਾਸਕ, ਬੇਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸ, ਪੁਨ ਪੁਨ ਸੀਸ। ਬੰਦੋਂ ਬਾਰ ਬਾਰ ਜਗਦੀਸ। ਹਿਮ ਕਲਗੀ ਧਰ ਸਿੱਖ ਸਮਝਾਏ, ਧਨ ਧਨ ਗੁਰ ਸਭਨ ਅਲਾਏ। ਨਿਸ਼ਚੇ ਖਰਤੇ ਸ਼ੇਰ ਬਨਾਏ, ਜੇ ਪਪੀਲ ਕਾ ਕਰੀ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਕੱਲ ਆਪਾਂ ਇੱਕ ਸਾਖੀ ਸਰਵਣ ਕੀਤੀ ਹੈ। ਮਹਾਰਾਜ ਨੇ ਇੱਕ ਗਧੇ ਦੇ ਉੱਪਰ ਸ਼ੇਰ ਦੀ ਖੱਲ ਪਵਾਈ ਹੈ। ਲੋਕ ਗਧੇ ਨੂੰ ਸ਼ੇਰ ਜਾਣ ਕੇ ਡਰਦੇ ਦੂਰ ਭੱਜਦੇ, ਪਰ ਜਦੋਂ ਅਸਲੀਅਤ ਸਾਹਮਣੇ ਆਈ ਹੈ ਵੀ ਨਹੀਂ ਇਹ ਸ਼ੇਰ ਨਹੀਂ ਇਹ ਗਧਾ ਹੈ, ਉਸ ਨੂੰ ਮਾਰ ਵੀ ਪਈ ਹੈ ਤੇ ਮਾਲਕ ਨੇ ਉਹਦੇ ਉੱਪਰ ਭਾਰ ਵੀ ਲੱਦਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਤੇ ਗਧੇ ਬਣ ਕੇ ਰਹੋਗੇ ਜ਼ਿੰਦਗੀ ਵਿੱਚ, ਗੁਰੂ ਵਾਲੇ ਨਹੀਂ ਬਣੋਗੇ, ਪੰਜਾਂ ਕਕਾਰਾਂ ਦੀ ਰਹਿਤ ਨਹੀਂ ਰੱਖੋਗੇ, ਤੇ ਫਿਰ ਗਧਿਆਂ ਦੇ ਵਾਂਗ ਸਾਰੀ ਉਮਰ ਭਾਰ ਚੁੱਕਣਾ ਪਵੇਗਾ। ਨਾ ਲੋਕ ਵਿੱਚ ਕਿਸੇ ਨੇ ਪੁੱਛਣਾ, ਨਾ ਪਰਲੋਕ ਵਿੱਚ ਕਿਸੇ ਨੇ ਮਦਦ ਕਰਨੀ ਹੈ। ਤੇ ਜੇ ਪੰਜ ਕਕਾਰ ਪਾ ਕੇ ਗੁਰੂ ਦੇ ਪੁੱਤਰ ਬਣੋਗੇ, ਸਿੰਘ ਸਜੋਗੇ, ਇਸ ਦੁਨੀਆ ਵਿੱਚ ਵੀ ਲੋਕ ਭੈ ਖਾਣਗੇ, ਮਾਣ ਦੇਣਗੇ। ਇੱਥੇ ਵੀ ਅਸੀਂ ਰੱਖਿਆ ਕਰਾਂਗੇ ਤੇ ਪਰਲੋਕ ਦੇ ਵਿੱਚ ਵੀ ਰੱਖਿਆ ਕਰਾਂਗੇ। ਇਹ ਸਾਖੀ ਕੱਲ ਆਪਾਂ ਸਰਵਣ ਕੀਤੀ ਸੀ। ਅੱਗੇ ਮਹਾਰਾਜ ਕਿਵੇਂ ਕਿਰਪਾ ਕਰਦੇ ਹੋ ਅੱਜ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ। ਹਿਮ ਕਲਗੀ ਧਰ ਸਿੱਖ ਸਮਝਾਏ। ਇਸ ਤਰ੍ਹਾਂ ਕਲਗੀ ਧਰ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਜੀਆਂ ਨੇ ਆਪਣੇ ਸਿੱਖਾਂ ਨੂੰ ਇਹ ਸ਼ੇਰ ਦੀ ਸਾਖੀ ਤੇ ਗਧੇ ਦੀ ਸਾਖੀ ਸਾਰਾ ਕੁਝ ਉਸ ਤਰ੍ਹਾਂ ਸਵਾਂਗ ਬਣਾ ਕੇ ਸਮਝਾਇਆ ਵੀ ਭਾਈ ਕਿਸ ਤਰ੍ਹਾਂ ਦਾ ਤੁਸੀਂ ਜੀਵਨ ਜਿਉਣਾ ਚਾਹੁੰਦੇ ਹੋ। ਜੇ ਤੇ ਗਧੇ ਬਣਨਾ ਹੈ ਤੇ ਉਹ ਤੁਹਾਡੀ ਮਰਜ਼ੀ ਹੈ, ਜੇ ਸ਼ੇਰ ਬਣਨਾ ਹੈ ਤੇ ਉਹਦੇ ਵਿੱਚ ਅਸੀਂ ਲੋਕ ਪਰਲੋਕ ਵਿੱਚ ਰੱਖਿਆ ਕਰਾਂਗੇ। ਇਸ ਤਰ੍ਹਾਂ ਆਪਣੇ ਸਿੱਖਾਂ ਨੂੰ ਸਮਝਾਉਂਦੇ ਹਨ। ਧੰਨ ਧੰਨ ਗੁਰ ਸਭਨ ਅਲਾਏ। ਸਾਰੇ ਸਿੱਖ ਆਖਣ ਲੱਗ ਪਏ ਮਹਾਰਾਜ ਧੰਨ ਹੋ ਤੁਸੀਂ, ਮਹਾਰਾਜ ਧੰਨ ਹੋ ਤੁਸੀਂ। ਸਾਰੇ ਧੰਨ ਧੰਨ ਆਖਦੇ ਹਨ। ਨਿਚੇ ਖਰਤੇ ਸ਼ੇਰ ਬਣਾਏ। ਵਾਕਿਆ ਹੀ ਮਹਾਰਾਜ ਨੇ ਗਧਿਆਂ ਤੋਂ ਸ਼ੇਰ ਬਣਾਇਆ। ਸੰਗਤ ਕਹਿੰਦੀ ਹੈ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਬਿਲਕੁਲ ਠੀਕ ਹੈ। ਪਹਿਲਾ ਜੀਵਨ ਤੇ ਗਧਿਆਂ ਵਰਗਾ ਸੀ, ਸਾਰੀ ਉਮਰ ਭਾਰ ਹੀ ਢੋਂਦੇ ਰਹੇ, ਜ਼ਿੰਮੇਵਾਰੀਆਂ ਨਿਭਾਉਂਦੇ ਰਹੇ, ਕਦੇ ਇੱਧਰੋਂ ਮਾਰ ਪਈ ਕਦੇ ਉੱਧਰੋਂ ਮਾਰ ਪਈ।
ਪਰ ਇਹ ਜਿਹੜਾ ਤੁਸੀਂ ਸਾਨੂੰ 5 ਕਕਾਰ ਬਖਸ਼ਿਸ਼ ਕਰਕੇ ਸਿੱਖੀ ਬਖਸ਼ੀ ਹੈ ਨਾ, ਇਹ ਤੁਸੀਂ ਸਾਨੂੰ ਸ਼ੇਰ ਬਣਾ ਦਿੱਤਾ ਹੈ। ਨਿਸ਼ਚੈ ਹੀ ਅਸੀਂ ਗਿੱਦੜਾਂ ਤੋਂ ਸ਼ੇਰ ਬਣ ਗਏ ਹਾਂ। ਜੇ ਪਪੀਲ ਕਾ ਕਰੀ ਸੁਹਾਏ, ਗੁਰਮੁਖੋ ਜਿਹੜੇ ਕੀੜਿਆਂ ਵਰਗੇ ਸਨ ਨਾ, ਕੀੜੀਆਂ ਵਰਗੇ ਕਮਜ਼ੋਰ, ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕੇ ਸ਼ੇਰਾਂ ਵਰਗੇ ਬਲਵਾਨ ਬਣਾ ਦਿੱਤਾ। ਜਿਨ੍ਹਾਂ ਨੂੰ ਲੋਕ ਕੀੜੀ ਸਮਝਦੇ, ਕੀੜਾ ਸਮਝਦੇ, ਮਾੜਾ ਸਮਝਦੇ ਨਾ, ਅਸਲੋਂ ਵੀ ਇਹਨਾਂ ਦੇ ਕੱਖ ਨਹੀਂ ਹੈ ਕੋਲ। ਮਹਾਰਾਜ ਨੇ ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਕੇ ਉਹਨਾਂ ਨੂੰ, ਕੀੜੀਆਂ ਨੂੰ, ਜਾਂ ਕੀੜਿਆਂ ਦੇ ਵਾਂਗ ਜਿਹੜੇ ਨਿਮਾਣੇ ਨਤਾਣੇ ਸਨ, ਲਤਾੜੇ ਜਾਣ ਵਾਲੇ ਪੈਰਾਂ ਦੇ ਥੱਲੇ, ਉਹਨਾਂ ਨੂੰ ਬਲ ਵਾਲੇ ਹਾਥੀ ਮਹਾਰਾਜ ਨੇ ਬਣਾ ਦਿੱਤਾ ਹੈ। ਬਕਮਰਾਲ ਸੇ ਜਾਣੇ ਪਰੈ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਵੇਂ ਬਗਲੇ ਨੂੰ ਹੰਸ ਬਣਾ ਦਿੱਤਾ ਹੈ। ਪਹਿਲਾਂ ਬਗਲਿਆਂ ਵਰਗਾ ਜੀਵਨ ਸੀ, ਰੰਗ ਤੇ ਜ਼ਰੂਰ ਗੋਰਾ ਸਾਫ ਸੀ, ਪਰ ਖਾਣਾ ਪੀਣਾ ਬਗਲੇ ਵਰਗਾ ਗੰਦਾ ਹੀ ਸੀਗਾ। ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦੇ ਕੇ ਬਗਲਿਆਂ ਦੇ ਜੀਵਨ ਨੂੰ ਹੰਸਾਂ ਵਿੱਚ ਬਦਲ ਦਿੱਤਾ। ਕਹਿਣ ਲੱਗੇ ਹੰਸ ਦਾ ਭੋਜਨ ਹੈ ਹੀਰੇ ਮੋਤੀ ਖਾਣਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰੂਪੀ ਸਮੁੰਦਰ ਦੇ ਵਿੱਚੋਂ ਬਾਣੀ ਰੂਪੀ ਹੀਰੇ ਮੋਤੀ ਚੁਗਿਆ ਕਰੋ। ਇਹ ਮਹਾਰਾਜ ਨੇ ਬਗਲਿਆਂ ਨੂੰ ਹੰਸਾਂ ਵਾਲਾ ਜੀਵਨ ਜਿਹੜਾ ਉਹ ਬਖਸ਼ਿਸ਼ ਕੀਤਾ ਹੈ। ਤੇ ਰੰਕ ਨਿਰਪ ਸਮਤਾ ਧਰੈ, ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਕੇ ਜਿਹੜੇ ਰੰਕ ਗਰੀਬ ਸਨ, ਕੰਗਾਲ ਸਨ, ਨਿਰਤਨ ਆਦਰ ਕੋਈ ਨਾ ਦੇ, ਜਿਨ੍ਹਾਂ ਨੂੰ ਕੋਈ ਆਦਰ ਨਹੀਂ ਸੀ ਦਿੰਦਾ, ਮਹਾਰਾਜ ਨੇ ਦਾਤਾਂ ਬਖਸ਼ਿਸ਼ ਕਰਕੇ ਉਹਨਾਂ ਨੂੰ ਬਾਦਸ਼ਾਹ ਬਣਾ ਦਿੱਤਾ, ਰਾਜੇ ਬਣਾ ਦਿੱਤਾ। ਹੁਣ ਉਹ ਕਿਤੇ ਵੀ ਖੜੇ ਹੁੰਦੇ ਤੇ ਲੋਕ ਆਖਦੇ ਸਰਦਾਰ ਜੀ ਖਲੋਤੇ ਨੇ, ਤੇ ਪਹਿਲਾਂ ਕੋਈ ਸਰਦਾਰ ਜੀ ਨਹੀਂ ਕਹਿੰਦਾ ਹੈ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਜਿਹੜੇ ਕੰਗਾਲਾਂ ਵਰਗੇ ਕਮਜ਼ੋਰ ਸਨ, ਜਿਨ੍ਹਾਂ ਨੂੰ ਕੋਈ ਸਤਿਕਾਰ ਮਾਨ ਨਹੀਂ ਸੀ ਦਿੰਦਾ, ਗੁਰੂ ਵਾਲੇ ਬਣਨ ਤੋਂ ਮਗਰੋਂ ਅੱਜ ਉਹ ਰਾਜਿਆਂ ਵਰਗੀ ਜ਼ਿੰਦਗੀ ਜਿਉਂਦੇ ਹਨ। ਜਿਸ ਅਵਨੀ ਹਿਤ ਜੁਧ ਸੰਭਾਰੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸੂਰਮੇ ਰਾਜੇ ਬਣ ਕੇ ਤੇ ਧਰਤੀ ਵਾਸਤੇ ਜੰਗ ਕਰਦੇ, ਪਰਉਪਕਾਰ ਵਾਸਤੇ ਜੰਗ ਕਰਦੇ, ਭਲੇ ਵਾਸਤੇ ਜੰਗ ਕਰਦੇ, ਚੜ੍ਹਦੀ ਕਲਾ ਵਾਸਤੇ ਜੰਗ ਕਰਦੇ ਹਨ। ਅਸਰਾਮ ਛਤਰੀ ਗਨ ਮਾਰੇ, ਕਹਿਣ ਲੱਗੇ ਇੱਕ ਉਦਾਹਰਨ ਹੈ ਕਿ ਪਹਿਲੇ ਯੁੱਗ ਦੇ ਵਿੱਚ, ਤ੍ਰੇਤੇ ਯੁੱਗ ਦੀ ਇੱਕ ਕਹਾਣੀ ਹੈ। ਇੱਕ ਪਰਸਰਾਮ ਨਾਮ ਦਾ ਇੱਕ ਵਿਅਕਤੀ ਹੋਇਆ, ਪਰਸੂਰਾਮ। ਹਿੰਦੂ ਮਤ ਦੇ ਕੁਝ ਗ੍ਰੰਥ ਜਿਹੜੇ ਨੇ ਉਸ ਨੂੰ ਦੇਵਤਾ ਅਵਤਾਰ ਮੰਨਦੇ ਨੇ, ਵੀ ਅਵਤਾਰ ਹੋਇਆ। ਇਹਦੀ ਸਾਖੀ ਇਸ ਤਰ੍ਹਾਂ ਆਉਂਦੀ ਹੈ ਵੀ ਇਹਦੇ ਬਾਪ ਨੂੰ, ਇਹਦੇ ਪਿਤਾ ਨੂੰ ਰਾਜੇ ਨੇ ਆ ਕੇ ਮਾਰ ਦਿੱਤਾ ਸੀ। ਸਹੰਸਰ ਬਾਹੂ ਨਾਮ ਦਾ ਇੱਕ ਰਾਜਾ ਸੀ, ਉਹਨੇ ਆ ਕੇ ਪਰਸੂਰਾਮ ਦੇ ਪਿਤਾ ਨੂੰ ਮਾਰ ਦਿੱਤਾ ਸੀ। ਇਹ ਸਾਖੀ ਆਪਾਂ ਪਿੱਛੇ ਸਰਵਣ ਕੀਤੀ ਹੈ। ਪਰ ਉਸ ਵੇਲੇ ਪਰਸੂਰਾਮ ਘਰ ਵਿੱਚ ਨਹੀਂ, ਬਾਹਰ ਕਿਤੇ ਜੰਗਲ ਵਿੱਚ ਤਪ ਕਰਨ ਗਿਆ ਹੋਇਆ। ਜਦੋਂ ਪਿਤਾ ਨੂੰ ਮਾਰਿਆ, ਜਮਦਗਨੀ ਉਸ ਰਿਖੀ ਦਾ ਨਾਮ ਸੀ ਜਿਹਨੂੰ ਮਾਰਿਆ ਗਿਆ, ਤੇ ਮਾਰਿਆ ਸਹੰਸਰ ਬਾਹੂ ਰਾਜੇ ਨੇ। ਜਦੋਂ ਰਿਖੀ ਮਰਿਆ ਤੇ ਰਿਖੀ ਦੀ ਘਰਵਾਲੀ ਬੜਾ ਰੋਈ। ਉਹਨੇ 21 ਵਾਰੀ ਆਪਣੇ ਆਪ ਨੂੰ ਪਿੱਟਿਆ। ਵਿਦਵਾਨ ਕਹਿੰਦੇ ਨੇ ਵੀ 21 ਵਾਰੀ ਉਹਨੇ ਆਪਣੇ ਹੱਥ ਜਿਹੜੇ ਸਨ ਆਪਣੇ ਸਰੀਰ ਤੇ ਮਾਰੇ। 21 ਵਾਰੀ ਉਹ ਪਿੱਟੀ ਆਪਣੇ ਮਰੇ ਹੋਏ ਪਤੀ ਨੂੰ। ਤੇ ਜਦੋਂ ਉਹ ਰੋਈ ਤੇ ਜਿੱਥੇ ਉਹ ਤਾਪ ਕਰਨ ਗਿਆ ਸੀ ਨਾ, ਉਹਨੂੰ ਪਤਾ ਲੱਗਾ ਵੀ ਮੇਰੇ ਪਿਤਾ ਨੂੰ ਮਾਰ ਦਿੱਤਾ ਤੇ ਮੇਰੀ ਮਾਂ ਮੇਰੇ ਬਾਪ ਨੂੰ ਪਿੱਟਦੀ ਪਈ ਹੈ। 21 ਵਾਰੀ ਉਹਨੇ ਆਪਣੇ ਸਰੀਰ ਨੂੰ ਦੁੱਖ ਦਿੱਤਾ, ਦੁਹੱਥੜਾ ਮਾਰ ਮਾਰ ਕੇ। ਤੇ ਪਰਸੂਰਾਮ ਨੇ ਫਿਰ ਪ੍ਰਣ ਕੀਤਾ ਸੀ ਵੀ ਮੈਂ 21 ਵਾਰੀ ਛਤਰੀ ਮਾਰਾਂਗਾ। ਆਪ ਉਹ ਜਾਤ ਦਾ ਬ੍ਰਾਹਮਣ ਸੀ। ਜਿਨ੍ਹਾਂ ਨੇ ਮੇਰੇ ਪਿਤਾ ਨੂੰ ਕਤਲ ਕੀਤਾ ਹੈ, ਮੈਂ ਇੱਕ ਵਾਰੀ ਉਹਨਾਂ ਨੂੰ ਕਤਲ ਕਰਾਂਗਾ, ਦੁਬਾਰਾ ਫਿਰ ਜਦੋਂ ਉੱਗ ਪੈਣਗੇ, ਉੱਠ ਪੈਣਗੇ, ਦੂਜੀ ਵਾਰੀ ਫਿਰ ਕਰਾਂਗਾ, ਤੀਜੀ ਵਾਰੀ ਫਿਰ ਕਰਾਂਗਾ, 21 ਵਾਰੀ ਮੈਂ ਇਹਨਾਂ ਦੀ ਕੁੱਲ ਨਾਸ ਕਰਾਂਗਾ, ਤਾਂ ਮੇਰਾ ਬਦਲਾ ਪੂਰਾ ਹੋਣਾ। ਕਿਉਂਕਿ ਮੇਰੀ ਮਾਂ ਨੇ ਮੇਰੇ ਪਿਤਾ ਨੂੰ 21 ਵਾਰੀ ਪਿੱਟਿਆ ਹੈ, ਉਹਦੇ ਮਰਨ ਕਰਕੇ ਆਪਣੇ ਆਪ ਨੂੰ। ਇਸ ਤਰ੍ਹਾਂ ਉਸਨੇ ਮਾਰੇ ਸਨ ਛਤਰੀ। ਮਹਾਰਾਜ ਸਾਹਿਬ ਜੀਆਂ ਦੇ ਬਚਨ ਗੁਰਬਾਣੀ ਦੇ ਅੰਦਰ ਵੀ ਆਪਾਂ ਪੜ੍ਹਦੇ ਹਾਂ। ਇਹ ਪਰਸੂਰਾਮ ਨੂੰ ਅਵਤਾਰ ਮੰਨਿਆ ਜਾਂਦਾ। ਸਤਿਗੁਰੂ ਪਾਤਸ਼ਾਹ ਇੱਥੇ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਜਿਵੇਂ ਪਰਸਰਾਮ ਨੇ ਜਾਂ ਪਰਸੂਰਾਮ ਨੇ 21 ਵਾਰੀ ਛਤਰੀ ਮਾਰੇ ਹਨ। ਵੱਡੇ ਖੇਦ ਤੇ ਜੈ ਤਿਸ ਹੋਈ, ਤੇ ਬੜੇ ਸੰਕਟ ਲੈਣ ਤੋਂ ਮਗਰੋਂ ਜੈ ਜਿੱਤ ਪ੍ਰਾਪਤ ਕਰਦਾ।
ਦੁਸ਼ਮਣ ਨੂੰ ਮਾਰ ਕੇ ਸੁੱਟ ਦਿੰਦਾ ਹੈ। ਦਈ ਦਾਨ ਕਰ ਦਿਜ ਗਨ ਸੋਈ। ਤੇ ਕਹਿਣ ਲੱਗੇ ਵੀ ਉਹ ਜਿਹੜੀ ਧਰਤੀ ਹੈ ਉਹ ਸਾਰੀ ਬ੍ਰਾਹਮਣਾਂ ਨੂੰ ਦਾਨ ਕਰ ਦਿੱਤੀ, ਕਿਉਂਕਿ ਆਪ ਵੀ ਬ੍ਰਾਹਮਣ ਸੀ ਨਾ। ਜਦੋਂ ਰਾਜ ਜਿੱਤ ਲੈਂਦਾ, ਰਾਜ ਕਰਦਾ ਨਹੀਂ, ਰਾਜ ਉਹਨੇ ਬ੍ਰਾਹਮਣਾਂ ਨੂੰ ਦੇ ਦੇਣਾ। ਲਓ ਬ੍ਰਾਹਮਣ ਦੇਵਤਾ ਜੀ, ਤੁਹਾਨੂੰ ਧਰਤੀ ਦਾਨ ਕੀਤੀ। ਰਾਜ ਬ੍ਰਾਹਮਣਾਂ ਨੂੰ ਦੇ ਕੇ ਆਪ ਚਲੇ ਜਾਣਾ, ਫਿਰ ਜੰਗਲ ਵਿੱਚ ਤਪ ਕਰਨਾ। ਤੇ ਕਹਿਣ ਲੱਗੇ ਫਿਰ ਇਸ ਤਰੀਕੇ ਦੇ ਨਾਲ ਧਰਮ ਨਾਸ਼ ਜੋ ਧਰਤੀ ਹਰੀ। ਸੋ ਕਹਿਣ ਲੱਗੇ ਇੱਕ ਵਾਰੀ ਨਹੀਂ, 21 ਵਾਰੀ ਛਤਰੀ ਮਾਰੇ, 21 ਵਾਰੀ ਧਰਤੀ ਜਿੱਤੀ, 21 ਵਾਰੀ ਧਰਤੀ ਬ੍ਰਾਹਮਣਾਂ ਨੂੰ ਦਾਨ ਕੀਤੀ। ਆਪਣੇ ਪਿਤਾ ਦਾ ਬਦਲਾ ਲਿਆ। ਬ੍ਰਾਹਮਣਾਂ ਨੂੰ 21 ਵਾਰੀ ਰਾਜ ਦਿਵਾਇਆ ਪਰਸ਼ੂਰਾਮ ਨੇ। 21 ਵਾਰੀ ਰਾਜ ਲੈਣ ਤੋਂ ਮਗਰੋਂ ਵੀ ਰਾਜ ਨਹੀਂ ਕਰ ਸਕੇ, ਫਿਰ ਵੀ ਰਾਜ ਗਵਾ ਲੈਣਾ। ਜਦੋਂ ਕਿਤੇ ਜੰਗ ਯੁੱਧ ਦਾ ਸਮਾਂ ਆਉਣਾ ਤੇ ਬ੍ਰਾਹਮਣਾਂ ਨੇ ਅੰਦਰ ਵੜ ਜਾਣਾ ਵੀ ਅਸੀਂ ਨਹੀਂ ਲੜ ਸਕਦੇ, ਉਹ ਰਾਜ ਕਿਸੇ ਨੇ ਖੋਹ ਲੈਣਾ। ਜਦੋਂ ਪਰਸ਼ੁਰਾਮ ਨੂੰ ਪਤਾ ਲੱਗਣਾ, ਉਹਨੇ ਫਿਰ ਆਉਣਾ, ਫਿਰ ਜੰਗ ਕਰਨੀ, ਫਿਰ ਰਾਜ ਦਿਵਾਉਣਾ। 21 ਵਾਰੀ ਰਾਜ ਵੀ ਦਵਾਇਆ, ਪਰ ਬ੍ਰਾਹਮਣ ਉਹਨੇ ਮੰਗਦੇ ਹੀ ਵੇਖੇ, ਦਛਨਾ ਲੈਂਦੇ ਹੀ ਵੇਖੇ। ਮੱਥੇ ਤੇ ਹੱਥ ਮਾਰ ਕੇ ਪਛਤਾਉਂਦਾ, ਕਹਿਣ ਲੱਗਾ ਮੈਂ ਇਹਨਾਂ ਨੂੰ ਰਾਜੇ ਬਣਾ ਕੇ ਦਿੰਦਾ, ਇਹ ਰਾਜ ਗਵਾ ਕੇ ਤੇ ਮੰਗਣ ਲੱਗ ਪੈਂਦੇ। ਇਹ ਐਸੀ ਇਹਨਾਂ ਦੀ ਹਾਲਤ ਹੋਈ ਹੈ। ਸਤਿਗੁਰੂ ਪਾਤਸ਼ਾਹ ਇੱਥੇ ਉਦਾਹਰਨ ਦਿੰਦੇ ਪਏ, ਕਹਿਣ ਲੱਗੇ ਉਸਨੇ ਧਰਤੀ ਦਾਨ ਕੀਤੀ 21 ਵਾਰ ਪਰਸ਼ੂਰਾਮ ਨੇ। ਤੇ ਦੂਜੀ ਇੱਕ ਉਦਾਹਰਨ ਹੋਰ ਦਿੰਦੇ ਨੇ। ਹਰਨ ਕਸ਼ਪ ਨਾਮ ਦਾ ਇੱਕ ਰਾਜਾ ਹੋਇਆ। ਆਪਾਂ ਹਰਨਾਕਸ਼ ਦਾ ਇਤਿਹਾਸ ਪੜ੍ਹਦੇ ਆ ਨਾ, ਵੀ ਹਰਨਾਕਸ਼ ਰਾਜਾ ਹੋਇਆ, ਪ੍ਰਹਿਲਾਦ ਦਾ ਪਿਤਾ। ਜਿਹੜਾ ਹਰਨ ਕਸ਼ਪ ਸੀਗਾ, ਇਹ ਹਰਨਾਕਸ਼ ਦਾ ਭਰਾ ਸੀ, ਸਕਾ ਭਾਈ, ਹਰਨਾਕਸ਼ ਤੋਂ ਛੋਟਾ ਸੀ। ਕਹਿਣ ਲੱਗੇ ਇੱਕ ਸਮਾਂ ਆਇਆ ਵੀ ਇਹਨੇ ਵੀ ਧਰਤੀ ਨੂੰ ਉਸ ਵੇਲੇ ਚੁਰਾ ਲਿਆ ਹੈ। ਜੋ ਹਰਨਾਕਸ਼ ਜੈ ਕਹੋ ਕਰੀ। ਕਹਿਣ ਲੱਗੇ ਪ੍ਰਹਿਲਾਦ ਦਾ ਪਿਤਾ ਹਰਨਾਕਸ਼, ਦੇਸ਼ ਭਾਸ਼ਾ ਹਰਨਾਕਸ਼, ਕਹਿਣ ਲੱਗੇ ਵੀ ਉਸ ਵੇਲੇ ਧਰਤੀ ਚੁਰਾ ਕੇ ਲੈ ਗਿਆ ਹੈ। ਛਤਰੀ ਭਏ ਕਰੋੜੋਂ ਆਗੇ। ਕਹਿਣ ਲੱਗੇ ਵੀ ਉਹਨਾਂ ਤੋਂ ਅੱਗੇ ਫਿਰ ਕਰੋੜਾਂ ਛਤਰੀ ਬਣੇ ਹਨ। ਲਰ ਲਰ ਮਰੇ ਜਾਹੇ ਹਿਤ ਲਾਗੇ। ਤੇ ਕਹਿਣ ਲੱਗੇ ਵੀ ਧਰਤੀ ਵਾਸਤੇ ਪਤਾ ਨਹੀਂ ਕਿੰਨੇ ਕੁ ਲੜੇ ਤੇ ਮਰੇ ਤੇ ਦੁਨੀਆ ਤੋਂ ਚਲੇ ਗਏ। ਇਤਿਹਾਸਕਾਰ ਇਹ ਗੱਲ ਕਹਿੰਦੇ ਨੇ, ਜਿਹੜੀ ਕਸ਼ਮੀਰ ਦੀ ਧਰਤੀ ਹੈ ਨਾ, ਇਹਨੂੰ ਹਰਨ ਕਸ਼ਪ ਜਿਹੜਾ ਸੀ ਤੋੜ ਕੇ ਤੇ ਥੱਲੇ ਪਤਾਲ ਵਿੱਚ ਲੈ ਗਿਆ ਸੀ। ਇੰਨਾ ਹਿੱਸਾ ਪਤਾਲ ਦੇ ਵਿੱਚ ਲਿਜਾ ਕੇ, ਥੱਲੇ ਸਮੁੰਦਰਾਂ ਦੇ ਵਿੱਚ ਲਿਜਾ ਕੇ 4 ਚੁਫੇਰੇ ਗੰਦਗੀ ਦੇ ਢੇਰ ਲਾ ਦਿੱਤੇ। ਉਹਨੂੰ ਪਤਾ ਸੀ ਵੀ ਇਹ ਧਰਤੀ ਦੇਵਤੇ ਲੈਣ ਵਾਸਤੇ ਆਉਣਗੇ, ਤੇ ਮੈਂ ਗੰਦਗੀ ਫੈਲਾ ਦਿਆਂ ਤਾਂ ਕਿ ਦੇਵਤਾ ਆਵੇ ਕੋਈ ਨਾ ਤੇ ਧਰਤੀ ਜਾਵੇ ਨਾ। ਪਰ ਉਸ ਵੇਲੇ ਕਹਿਣ ਲੱਗੇ ਵੀ ਭਗਵਾਨ ਨੇ ਫਿਰ ਸੂਰ ਦਾ ਬਰਾ ਅਵਤਾਰ ਧਾਰਿਆ। ਸ਼ਾਸਤਰਾਂ ਵਿੱਚ ਲਿਖਿਆ ਬਰਾ ਅਵਤਾਰ ਧਾਰਿਆ। ਬਰਾ ਸੂਰ ਨੂੰ ਹੀ ਕਹਿੰਦੇ ਨੇ। ਹੁਣ ਸੂਰ ਦਾ ਕੰਮ ਵੀ ਗੰਦਗੀ 'ਚ ਹੀ ਰਹਿਣਾ ਹੀ ਹੈ। ਉਹਨੇ ਗੰਦਗੀ ਦੇ ਢੇਰ ਲਾਏ, ਉਹਨਾਂ ਨੇ ਰੂਪ ਹੀ ਸੂਰ ਵਾਲਾ ਬਣਾਇਆ। ਜਾ ਕੇ ਉੱਥੇ ਜੰਗ ਕੀਤਾ, ਹਰਨ ਕਸ਼ਪ ਨੂੰ ਮਾਰਿਆ, ਧਰਤੀ ਉੱਥੋਂ ਚੁੱਕੀ ਤੇ ਲਿਆ ਕੇ ਫਿਰ ਉਸੇ ਜਗ੍ਹਾ ਤੇ ਟਿਕਾਈ। ਜਦੋਂ ਹਰਨਾਕਸ਼ ਨੂੰ ਪਤਾ ਲੱਗਾ ਵੀ ਮੇਰੇ ਭਰਾ ਨੂੰ ਮਾਰਿਆ, ਫਿਰ ਉਹ ਉੱਠ ਪਿਆ, ਕਹਿਣ ਲੱਗਾ ਜਿਹਨੇ ਮੇਰੇ ਭਰਾ ਨੂੰ ਮਾਰਿਆ ਹੁਣ ਉਹਨੂੰ ਮੈਂ ਨਹੀਂ ਛੱਡਾਂਗਾ। ਉਹਨੇ ਤਾਂ ਹੀ ਆਖਿਆ ਸੀ ਵੀ ਇਸ ਧਰਤੀ ਦੇ ਉੱਪਰ ਭਗਵਾਨ ਦਾ ਨਾਮ ਨਾ ਕੋਈ ਲਵੇ, ਹਰੀ ਦਾ ਨਾਮ ਨਾ ਕੋਈ ਲਵੇ, ਕਿਉਂਕਿ ਉਹ ਜਿਹੜਾ ਹਰੀ ਜਿਹਨੂੰ ਕਿਹਾ ਜਾਂਦਾ ਉਹ ਮੇਰਾ ਦੁਸ਼ਮਣ ਹੈ। ਉਹਨੇ ਮੇਰੇ ਭਰਾ ਨੂੰ ਮਾਰਿਆ, ਜਿਹਨੇ ਮੇਰੇ ਭਾਈ ਨੂੰ ਮਾਰਿਆ, ਮੈਂ ਉਹਦਾ ਨਾਮ ਦੁਨੀਆ ਨੂੰ ਲੈਣ ਨਹੀਂ ਦੇਵਾਂਗਾ। ਇਹ ਪ੍ਰਾਣੋ ਨੇ ਤਾਂ ਕੀਤਾ ਸੀ। ਲੋਕੋ ਜੇ ਨਾਮ ਜਪਣਾ ਮੇਰਾ ਜਪੋ, ਮੇਰੀ ਜੈ ਜੈਕਾਰ ਕਰੋ, ਪਰ ਜਿਸ ਭਗਵਾਨ ਦੀ ਤੁਸੀਂ ਜੈ ਜੈਕਾਰ ਕਰਦੇ ਹੋ ਮੇਰਾ ਦੁਸ਼ਮਣ ਹੈ, ਉਹਨੇ ਮੇਰੇ ਸਕੇ ਭਾਈ ਨੂੰ ਮਾਰਿਆ, ਮੈਂ ਉਹਦਾ ਨਾਮ ਨਹੀਂ ਲੈਣ ਦੇਵਾਂਗਾ। ਤੇ ਫਿਰ ਕਹਿਣ ਲੱਗੇ ਜੰਗ ਹੋਇਆ ਤੇ ਫਿਰ ਹਰਨਾਕਸ਼ ਵੀ ਮਰਿਆ। ਪਰ ਇਹ ਸਾਰਾ ਜੰਗ ਯੁੱਧ ਕਿੱਥੋਂ ਹੋਇਆ? ਧਰਤੀ ਵਾਸਤੇ ਹੀ ਹੋਇਆ। ਧਰਤੀ ਦਾ ਉਹ ਟੁਕੜਾ ਲੈ ਗਿਆ, ਧਰਤੀ ਵਾਸਤੇ ਪਹਿਲਾਂ ਆਪ ਮਰਿਆ, ਉਹਦੇ ਵਾਸਤੇ ਫਿਰ ਭਰਾ ਮਰਿਆ। 21 ਵਾਰੀ ਛਤਰੀ ਮਰੇ, ਕਾਹਦੇ ਵਾਸਤੇ ਮਰੇ? ਧਰਤੀ ਵਾਸਤੇ ਹੀ ਮਰੇ। ਧਰਤੀ ਸਾਰੇ ਚਾਹੁੰਦੇ ਸਨ। ਅੱਗੇ ਇੱਕ ਹੋਰ ਉਦਾਹਰਨ ਦਿੰਦੇ ਹਨ, ਪਾਂਡਵ ਕੈਰਵ ਬੰਸ ਵਿਨਾਸ਼ਾ। ਤੇ ਗੁਰਮੁਖੋ ਧਰਤੀ ਦੇ ਵਾਸਤੇ ਤੇ ਕੌਰਵਾਂ ਤੇ ਪਾਂਡਵਾਂ ਦਾ ਜੰਗ ਹੋਇਆ। ਜਦੋਂ ਜੂਆ ਖੇਲਿਆ, ਜੂਏ ਦੇ ਵਿੱਚ ਉਹ ਦਾਲ ਆਈ ਗਿਆ। ਜਿਸ ਤਰ੍ਹਾਂ ਅੱਜ ਆਪਾਂ ਕਹਿ ਦਿੰਦੇ ਹਾਂ ਤਹਿਸੀਲ ਹੈ ਜਾਂ ਜ਼ਿਲ੍ਹਾ ਹੈ ਜਾਂ ਸਟੇਟ ਹੈ, ਦਾਲ ਆਉਣਾ ਫਲਾਣੀ ਸਟੇਟ ਮੈਂ ਦਾਲ ਆ ਦਿੱਤੀ, ਦਾਰ ਜਾਣਾ ਸਟੇਟ ਗਈ ਇੱਥੋਂ।
ਦੂਜਾ ਦਾ ਫਿਰ ਖੇਲਿਆ, ਮੈਂ ਦੂਜੀ ਆਪਣੀ ਜਿਹੜੀ ਰਿਆਸਤ ਹੈ ਉਹ ਲਾਉਂਦਾ ਦਾ ਤੇ ਦੂਜੀ ਰਿਆਸਤ ਗਈ, ਤੀਜੀ, ਜਿੰਨੀਆਂ ਰਿਆਸਤਾਂ ਸਰ ਜਿੰਨੇ ਜ਼ਿਲ੍ਹੇ ਕਹਿ ਲਈਏ ਵਾਰੀ ਵਾਰੀ ਦਾ ਤੇ ਲਾਉਂਦੇ ਗਏ, ਸਾਰੀ ਧਰਤੀ ਹਾਰ ਗਏ। ਕੱਲੀ ਧਰਤੀ ਨਹੀਂ ਹਾਰੇ, ਭਰਾ ਵੀ ਲਾ ਦਿੱਤੇ ਦਾ ਤੇ, ਆਪਣੀਆਂ ਜਨਾਨੀਆਂ ਵੀ ਦਾ ਤੇ ਲਾ ਦਿੱਤੀਆਂ ਜੂਏ ਦੇ ਦਾ ਦੇ ਉੱਪਰ, ਪਰ ਸਭ ਕੁਝ ਹਾਰ ਗਏ। ਜਦੋਂ ਸਭ ਕੁਝ ਹਾਰ ਗਏ ਫਿਰ ਆਖਿਆ ਵੀ ਸਾਨੂੰ ਹੁਣ ਅਸੀਂ ਹਾਰ ਤੇ ਗਏ ਆ, ਸਾਡੇ ਕੋਲੋਂ ਰਾਜ ਭਾਗ ਸਾਰਾ ਲੈ ਲਵੋ। ਹੁਣ ਕੌਰਵਾਂ ਨੇ ਜੂਆ ਤਾਂ ਖੇਲਿਆ ਵੀ ਧਰਤੀ ਇਹਨਾਂ ਕੋਲੋਂ ਖੋਣੀ ਹੈ, ਤੇ ਜੂਆ ਖੇਡ ਕੇ ਉਹਨਾਂ ਨੇ ਧਰਤੀ ਖੋਹ ਲਈ। ਤੇ ਫਿਰ ਪਾਂਡਵਾਂ ਨੇ ਆਖਿਆ ਵੀ ਸਾਨੂੰ ਇੰਨੀ ਕੁ ਦੇ ਦਿਓ ਵੀ ਅਸੀਂ ਆਪਣਾ ਗੁਜ਼ਾਰਾ ਕਰੀਏ। ਵਿਦਵਾਨ ਕਹਿੰਦੇ ਨੇ 12 ਪਿੰਡ ਮੰਗੇ ਸਨ, ਵੀ 12 ਪਿੰਡਾਂ ਦਾ ਜਿੰਨਾ ਰਕਬਾ ਬਣਦਾ ਉਹ ਸਾਨੂੰ ਦੇ ਦਿਓ, ਬਾਕੀ ਸਾਰਾ ਰਾਜ ਭਾਗ ਤੁਸੀਂ ਰੱਖ ਲਓ, ਅਸੀਂ ਗੁਜ਼ਾਰਾ ਕਰ ਲਾਂਗੇ ਖੇਤੀ ਕਰਕੇ। ਪਰ ਗੁਰਮੁਖੋ ਲਾਲਚ ਬੜੀ ਬੁਰੀ ਬਰਾ ਹੁੰਦਾ ਨਾ, ਭਾਵੇਂ ਰਾਜ ਸਾਰਾ ਹੀ ਮਿਲ ਜਾਵੇ, 12 ਪਿੰਡ ਕਿਵੇਂ ਦਿੱਤੇ ਜਾਣ। ਉਹ ਮੁੱਕਰ ਗਏ, ਕਹਿਣ ਲੱਗੇ 12 ਪਿੰਡ ਤੇ ਦੂਰ ਦੀ ਗੱਲ ਹੈ, ਅਸੀਂ ਤੇ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਨਹੀਂ ਦੇਣੀ, ਅਸੀਂ ਮਾਲਕ ਹਾਂ। ਆਪਾਂ ਆਖਦੇ ਨਾ ਭਰਾ ਨੇ ਭਰਾ ਦਾ ਹੱਕ ਖਾ ਲਿਆ, ਕਿੰਨਾ ਕੁ ਖਾਧਾ ਹੋਵੇਗਾ, 5-10 ਕਿੱਲੇ, ਥੋੜ੍ਹੀ ਬਹੁਤੀ ਜ਼ਮੀਨ ਭਰਾ ਦੀ ਦੱਬ ਲਈ, ਥੋੜ੍ਹਾ ਬਹੁਤਾ ਘਰ, ਥੋੜ੍ਹੀ ਬਹੁਤੀ ਕੰਧ ਅੱਗੇ ਕਰ ਲਈ ਕਲਯੁਗ ਦੇ ਵਿੱਚ। ਪਰ ਦੁਆਪਰ ਯੁੱਗ ਦੇ ਲਈ ਤੇ ਉਹਨਾਂ ਨੇ ਪੂਰਾ ਰਾਜ ਭਾਗ ਹੀ ਖਾ ਲਿਆ, ਸਾਰਾ ਕੁਝ ਹੀ ਉਹਨਾਂ ਦਾ ਲੈ ਗਿਆ, ਫੌਜ ਵੀ ਲੈ ਲਈ, ਰਾਜ ਵੀ ਲੈ ਲਿਆ। ਕੱਲੇ ਲੋਭੀ ਲੋਕ ਕਲਯੁਗ ਦੇ ਨਹੀਂ, ਲੋਭੀ ਲੋਕ ਦੁਆਪਰ ਦੇ ਵਿੱਚ ਵੀ ਹੋਏ ਨੇ। ਧਰਤੀ ਵਾਸਤੇ ਭਰਾਵਾਂ ਨੂੰ ਹੀ ਦੇਸ਼ ਨਿਕਾਲਾ ਦਿੱਤਾ। ਜਦੋਂ 12 ਪਿੰਡ ਵੀ ਨਾ ਮੰਨੇ ਫਿਰ ਜੰਗ ਹੋਇਆ। ਕੁਰੂਕਸ਼ੇਤਰ ਦਾ ਆਪਣੇ ਨੇੜੇ ਹੀ ਹੈ ਕੁਰੂਕਸ਼ੇਤਰ, ਇੱਥੇ ਫਿਰ ਮਹਾਭਾਰਤ ਦਾ ਜੰਗ ਹੋਇਆ। ਕਈ ਰਾਜੇ, ਕਈ ਵਜ਼ੀਰ, ਕਈ ਗਿਣਤੀ ਵਿੱਚ ਫੌਜ, ਪਤਾ ਨਹੀਂ ਕਿੰਨੇ ਕੁ ਹਾਥੀ ਕਿੰਨੇ ਕੁ ਘੋੜੇ ਇਸ ਜੰਗ ਦੇ ਵਿੱਚ ਮਰੇ। ਉੱਥੋਂ ਦੀ ਧਰਤੀ ਅੱਜ ਵੀ ਮਿੱਟੀ ਉਹਦੀ ਲਾਲ ਹੀ ਹੈ, ਇੰਨਾ ਖੂਨ ਡੁੱਲਿਆ। ਕਹਿਣ ਲੱਗੇ ਕੌਰਵ ਪਾਂਡਵ ਬੰਸ ਵਿਨਾਸਾ, ਇਸ ਧਰਤੀ ਨੂੰ ਲੈਣ ਵਾਸਤੇ ਤੇ ਕੌਰਵ ਪਾਂਡਵ ਮਰ ਗਏ, ਪਰ ਧਰਤੀ ਉੱਥੇ ਦੀ ਉੱਥੇ ਹੀ ਹੈ। ਜਿਹੜੇ ਮਰੇ ਉਹ ਧਰਤੀ ਨਾਲ ਥੋੜੀ ਲੈ ਗਏ, ਨਾ ਪਾਂਡਵ ਲੈ ਗਏ ਨਾ ਕੌਰਵ ਲੈ ਗਏ, ਧਰਤੀ ਉੱਥੇ ਹੀ ਖਲੋਤੀ ਹੈ। ਪਤਾ ਨਹੀਂ ਕਿੰਨੇ ਰਾਜੇ ਬਾਅਦ ਵਿੱਚ ਰਾਜ ਕਰ ਗਏ, ਪਰ ਉਹ ਕੌਰਵ ਪਾਂਡਵ ਧਰਤੀ ਬਦਲੇ ਲੜ ਕੇ ਤੇ ਮਰ ਹੀ ਗਏ। ਧਰਤੀ ਬਦਲੇ ਲੜਿਆ ਹਰਨਕਪਸ਼ ਮਰ ਗਿਆ, ਧਰਤੀ ਬਦਲੇ ਲੜਿਆ ਹਰਨਾਕਸ਼ ਵੀ ਮਰ ਗਿਆ, ਧਰਤੀ ਬਦਲੇ ਲੜਿਆ ਪਰਸ਼ੂਰਾਮ, ਪਰਸ਼ੂਰਾਮ ਵੀ ਮਰ ਗਿਆ। ਸਮਾਂ ਆਇਆ ਫੌਜਾਂ ਵੀ ਮਰ ਗਈਆਂ, ਧਰਤੀ ਉੱਥੇ ਦੀ ਉੱਥੇ ਹੀ ਹੈ। ਧਰਤੀ ਨੂੰ ਪਾਉਣ ਵਾਲੇ ਦੁਨੀਆ ਤੇ ਰਹਿ ਕੋਈ ਨਹੀਂ, ਉਹ ਮੁੱਕ ਗਏ, ਚਲੇ ਗਏ ਹਨ। ਗਏ ਬੀਤ ਬਹੁਤ ਜਥਾ ਤਮਾਸ਼ਾ, ਗੁਰਮੁਖੋ ਇਹ ਤੇ ਤਮਾਸ਼ਾ ਹੈ। ਜਿਵੇਂ ਕੋਈ ਨਾਟਕ ਕਰਨ ਵਾਲਾ ਆਉਂਦਾ ਨਾ, ਨਾਟਕ ਕਰਦਾ, ਉਹ ਨਾਟਕ ਕੋਈ ਸਮੇਂ ਵਾਸਤੇ ਹੁੰਦਾ, ਮੁੜ ਕੇ ਉਹ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨਾਟਕ ਵਿਖਾ ਕੇ। ਜਾਂ ਅੱਜ ਆਪਾਂ ਕਹਿ ਲਈਏ ਵੀ ਟੈਲੀਵਿਜ਼ਨ ਤੇ ਫਿਲਮ ਚੱਲਦੀ ਹੈ, ਉਹ ਫਿਲਮ 2-3 ਘੰਟੇ ਚੱਲਦੀ, ਉਹ ਵਿਖਾਉਣ ਵਾਲੇ ਚਲੇ ਗਏ, ਗੱਲ ਖਤਮ ਹੋ ਗਈ। ਇਹ ਤੇ ਧਰਤੀ ਦਾ ਤਮਾਸ਼ਾ ਹੈ। ਉਹ ਰਾਜੇ ਆਏ ਸਨ ਕੁਝ ਸਮਾਂ ਤਮਾਸ਼ਾ ਵਿਖਾਉਣ ਵਾਸਤੇ, ਮਰ ਖੱਪ ਕੇ ਚਲੇ ਗਏ, ਧਰਤੀ ਉੱਥੇ ਦੀ ਉੱਥੇ ਹੀ ਖਲੋਤੀ ਹੈ। ਇਹ ਜਗਤ ਦਾ ਤਮਾਸ਼ਾ ਹੈ। ਧੰਨ 10ਵੇਂ ਪਾਤਸ਼ਾਹ ਨੇ ਵੀ ਬਚਨ ਕੀਤੇ, ਕਹਿਣ ਲੱਗੇ ਦੇਖਣ ਆਇਓ ਜਗਤ ਤਮਾਸ਼ਾ, ਜਗਤ ਤਮਾਸ਼ਾ। ਮੈਂ ਤੇ ਤਮਾਸ਼ਾ ਵੇਖਣ ਆਇਆ ਵੀ ਦੁਨੀਆ ਕੀ ਕਰਦੀ ਹੈ, ਕੀ ਬਣਦਾ ਪਿਆ। ਕੁਝ ਸਮੇਂ ਅਸੀਂ ਨਾਟਕ ਵੇਖਾਂਗੇ, ਫਿਰ ਅਸੀਂ ਚਲੇ ਜਾਣਾ ਇਸ ਦੁਨੀਆ ਤੋਂ। ਇਹ ਮਹਾਰਾਜ ਦੇ ਬਚਨ ਹਨ। ਸੋ ਸ਼ਿਤ ਹੈ ਪ੍ਰਭ ਕਰਨਾ ਕਰਕੇ, ਕਹਿਣ ਲੱਗੇ ਉਹ ਜਿਹੜੀ ਧਰਤੀ ਹੈ ਨਾ, ਇਹ ਧਰਤੀ ਪ੍ਰਮਾਤਮਾ ਨੇ ਬਣਾਈ ਹੈ। ਉਹ ਜਿਹੜੀ ਧਰਤੀ ਪ੍ਰਮਾਤਮਾ ਨੇ ਬਖਸ਼ੀ ਹੈ। ਲੋਚਨ ਮਹਾਨ ਲਾਜ ਕੋ ਭਰ ਕੇ, ਕਹਿਣ ਲੱਗੇ ਨੇਤਰਾਂ ਦੇ ਵਿੱਚ ਬਹੁਤ ਭਾਰੀ ਲੱਜਾ ਉਸ ਵੇਲੇ ਪ੍ਰਾਪਤ ਕਰਕੇ ਦਈ ਖਾਲਸੇ ਕੋ ਤਤਕਾਲਾ। ਮਹਾਰਾਜ ਕਹਿਣ ਲੱਗੇ ਧਰਤੀ ਅਸੀਂ ਖਾਲਸੇ ਨੂੰ ਦੇ ਦਿੱਤੀ। ਰਾਜੇ ਤੇ ਆਏ, ਪਾਂਡਵ ਆਏ, ਕੌਰਵ ਆਏ, ਕਿੰਨੇ ਆਏ, ਮਰ ਕੇ ਚਲੇ ਗਏ, ਪਰ ਹੁਣ ਧਰਤੀ ਅਸੀਂ ਖਾਲਸੇ ਨੂੰ ਦੇ ਕੇ ਚੱਲੇ ਹਾਂ। ਜਿੰਨਾ ਚਿਰ ਧਰਤੀ ਰਹੇਗੀ ਉਹਨਾਂ ਚਿਰ ਸਾਡਾ ਖਾਲਸਾ ਵੀ ਰਹੇਗਾ, ਇਸ ਧਰਤੀ ਦਾ ਮਾਲਕ ਹੀ ਰਹੇਗਾ। ਪਹਿਲੇ ਰਾਜੇ ਆਏ ਤੇ ਕੁਝ ਸਮਾਂ ਰਾਜ ਕੀਤਾ, ਕੋਈ 20 ਸਾਲ, ਕੋਈ 50 ਸਾਲ, ਕੋਈ 100 ਸਾਲ ਕਰਕੇ ਮਰ ਕੇ ਧਰਤੀ ਛੱਡ ਕੇ ਚਲੇ ਗਏ। ਸਾਡਾ ਖਾਲਸਾ ਜੁਗੋ ਜੁਗ ਅਟਲ ਹੈ, ਖਾਲਸਾ ਕਦੇ ਨਹੀਂ ਮੁੱਕਣਾ, ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਹੁਣ ਜਿਹਨੂੰ ਪੈਦਾ ਹੀ ਪਰਮਾਤਮਾ ਨੇ ਕੀਤਾ ਉਹਨੂੰ ਖਤਮ ਕੌਣ ਕਰ ਸਕਦਾ। ਵੈਸੇ ਦਾ ਪੇਚ ਬੜੇ ਖੇਡੇ ਜਾ ਰਹੇ ਨੇ, ਯਤਨ ਬੜੇ ਕੀਤੇ ਜਾ ਰਹੇ ਨੇ ਕੌਮ ਨੂੰ ਖਤਮ ਕਰਨ ਵਾਸਤੇ,
ਪਰ ਜਿਨ੍ਹਾਂ ਨੇ ਯਤਨ ਕੀਤੇ ਉਹ ਦੁਨੀਆ ਤੋਂ ਆਪ ਹੀ ਤੁਰ ਗਏ, ਪਰ ਕੌਮ ਉੱਥੇ ਹੀ ਹੈ, ਪੰਥ ਉੱਥੇ ਹੀ ਹੈ, ਖਤਮ ਨਹੀਂ ਹੋਇਆ। ਇਹ ਤੇ ਮੀਰ ਮੰਨੂ ਵਾਲਿਆਂ ਵਰਗਿਆਂ ਨੇ, ਜ਼ਕਰੀਆ ਖਾਨ ਵਰਗਿਆਂ ਨੇ ਸਿਰਾਂ ਦੇ ਮੁੱਲ ਪਾਤੇ ਸੀ। ਜਿਹੜਾ ਕੋਈ ਸਿਰ ਵੱਢ ਕੇ ਲਿਆਵੇ ਉਹਨੂੰ ਇੰਨੇ ਪੈਸੇ ਦੇਵਾਂਗੇ, ਤੇ ਲੋਕਾਂ ਵਿੱਚ ਇੰਨਾ ਲਾਲਚ ਸੀ ਕਿ ਲੜਕੀਆਂ ਦੇ ਸਿਰ ਵੱਢ ਕੇ ਨਾ ਤੇ ਜ਼ਕਰੀਆ ਖਾਨ ਦੇ ਸਾਹਮਣੇ ਰੱਖੇ ਜਾਂਦੇ ਸਨ ਵੀ ਇਹ ਸਿੱਖਾਂ ਦਾ ਮੁੰਡਾ ਹੈ, ਇਹਦੀ ਉਮਰਾਂ ਛੋਟੀ, ਹਾਲੇ ਦਾੜੀ ਨਹੀਂ ਆਈ। ਇਨਾਮ ਦੇ ਲਾਲਚ ਵਿੱਚ ਲੋਕਾਂ ਨੇ ਕੁੜੀਆਂ ਕਤਲ ਕਰ ਦਿੱਤੀਆਂ, ਪਰ ਕੌਮ ਤੇ ਉਦੋਂ ਨਹੀਂ ਉਹ ਖਤਮ ਕਰ ਸਕੇ। ਯਤਨ ਤੇ ਹੋ ਰਿਹਾ ਹੈ, ਪਰ ਇਹ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਹੈ। ਇਹ ਪਰਮਾਤਮਾ ਨੇ ਪੈਦਾ ਕੀਤਾ, ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਰੋ ਵਿਚਾਰ ਮਹਾਰਾਜ ਕਹਿਣ ਲੱਗੇ, ਧਰਤੀ ਤੇ ਰਾਜੇ ਹੋਏ, ਕੁਝ ਸਮੇਂ ਵਾਸਤੇ ਰਾਜ ਕੀਤਾ, ਧਰਤੀ ਵਾਸਤੇ ਲੜੇ ਮਰੇ ਤੇ ਚਲੇ ਗਏ। ਸਾਡਾ ਖਾਲਸਾ ਕਦੇ ਮੁੱਕੇਗਾ ਹੀ ਨਹੀਂ। ਜਿੰਨਾ ਚਿਰ ਦੁਨੀਆ ਰਹੇਗੀ ਨਾ ਉਹਨਾਂ ਚਿਰ ਖਾਲਸਾ ਵੀ ਰਹੇਗਾ। ਸਤਿ ਸ਼੍ਰੀ ਅਕਾਲ। ਇਹ ਪੱਕੀ ਧਰਤੀ ਅਸੀਂ ਇਹਨੂੰ ਇਹ ਦਿੱਤੀ ਹੈ, ਇਹ ਪੱਕਾ ਹੀ ਦਾਨ ਦੇਤਾ ਦੁਨੀਆ ਦਾ। ਇਹ ਦੁਨੀਆ ਦਾ ਮਾਲਕ ਹੈ, ਇਹ ਸੁਤੰਤਰ ਹੈ, ਕਿਸੇ ਦੇ ਅਧੀਨ ਨਹੀਂ ਹੈ। ਕਿਸੇ ਵਿਦਵਾਨ ਨੇ ਲਿਖਿਆ ਨਾ, ਕਹਿਣ ਲੱਗੇ ਕੋਈ ਨਿਹੰਗ ਸਿੰਘ ਨਾ ਆਪਣੇ ਘੋੜੇ ਤੇ ਬਾਣਾ ਪਾ ਕੇ ਹੱਥ ਵਿੱਚ ਸ਼ਸਤਰ ਫੜ ਕੇ ਤੇ ਤੁਰਿਆ ਜਾਵੇ, ਤੇ ਅੱਗੋਂ ਕੋਈ ਗੋਰਾ ਅਫਸਰ ਆ ਰਿਹਾ ਸੀ, ਉਹਨੇ ਆਖਿਆ ਵੀ ਇਹਨੇ ਸਾਰੇ ਸ਼ਸਤਰ ਵੀ ਪਾਏ ਨੇ, ਇਹਨੇ ਵਰਦੀ ਵੀ ਪਾਈ ਹੈ, ਕਿਸੇ ਫੌਜ ਦਾ ਸਿਪਾਹੀ ਹੈ। ਤੇ ਉਹਨੇ ਪੁੱਛ ਹੀ ਲਿਆ, ਕਹਿਣ ਲੱਗਾ ਵੀ ਕਿਹੜੀ ਫੌਜ ਦਾ ਸਿਪਾਹੀ ਹੈ, ਰਾਜਾ ਤੇਰਾ ਕੌਣ ਹੈ? ਉਹਨੇ ਹੱਥ ਵਿੱਚ ਵਰਸ਼ਾ ਫੜਿਆ ਸੀ, ਆਕਾਸ਼ ਵੱਲ ਨੂੰ ਕੀਤਾ, ਉੱਪਰ ਨੂੰ ਇਸ਼ਾਰਾ ਕੀਤਾ ਵੀ ਉਹ ਜਿਹੜਾ ਪਰਮਾਤਮਾ ਬੈਠਾ ਨਾ ਉਹ ਸਾਡਾ ਰਾਜਾ, ਤੇ ਮੈਂ ਉਹਦੀ ਫੌਜ ਹਾਂ। ਉਹ ਕਹਿਣ ਲੱਗਾ ਵੀ ਠੀਕ ਹੈ, ਉਹ ਰਾਜਾ ਤੇ ਠੀਕ ਬੈਠਾ ਪਰਮਾਤਮਾ, ਧਰਤੀ ਤੇ ਰਾਜਾ ਕੌਣ ਹੈ ਉਹ ਦੱਸ, ਕਿਹਦੀ ਫੌਜ ਦਾ ਸਿਪਾਹੀ ਹੈ? ਜਦੋਂ ਇਹ ਪੁੱਛਿਆ ਤੇ ਉਹਨੇ ਉਹੀ ਵਰਸ਼ਾ ਬੁੱਧਾ ਕਰਕੇ ਧਰਤੀ ਤੇ ਗੱਡਿਆ, ਕਹਿਣ ਲੱਗਾ ਧਰਤੀ ਦਾ ਰਾਜਾ ਮੈਂ ਖੁਦ ਹਾਂ, ਇੱਥੋਂ ਦਾ ਰਾਜਾ ਮੈਂ ਹੀ ਹਾਂ, ਕਿਉਂਕਿ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀਆਂ ਨੇ ਮੈਨੂੰ ਇਹ ਦਾਤ ਬਖਸ਼ੀ ਹੈ। ਅਸੀਂ ਅਕਾਲ ਪੁਰਖ ਦੇ ਪੁੱਤਰ ਹਾਂ, ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੈ, ਤੇ ਪਿਤਾ ਦੀ ਬਣਾਈ ਚੀਜ਼ ਦਾ ਹੱਕ ਪੁੱਤਰ ਦੇ ਕੋਲ ਹੁੰਦਾ ਹੈ। ਪਿਤਾ ਦੀ ਬਣਾਈ ਜਾਇਦਾਦ ਦਾ ਮਾਲਕ ਪੁੱਤਰ ਹੁੰਦਾ ਹੈ। ਅਸੀਂ ਪਰਮਾਤਮਾ ਦੇ ਪੁੱਤਰ ਹਾਂ। ਸ੍ਰਿਸ਼ਟੀ ਦੁਨੀਆ ਧਰਤੀ ਉਹਨੇ ਬਣਾਈ ਹੈ, ਇਸ ਧਰਤੀ ਦਾ ਮਾਲਕ ਮੈਂ ਹੀ ਹਾਂ, ਮੈਂ ਖੁਦ ਹੀ ਰਾਜਾ ਹਾਂ। ਇੱਥੇ ਮਹਾਰਾਜ ਕਹਿਣ ਲੱਗੇ ਰਾਜੇ ਆਏ ਤੇ ਚਲੇ ਗਏ, ਨਾ ਦੁਨੀਆ ਜਾਏਗੀ ਨਾ ਖਾਲਸਾ ਜਾਏਗਾ, ਸਾਡਾ ਖਾਲਸਾ ਸਦਾ ਹੀ ਇਸ ਦੁਨੀਆ ਦਾ ਮਾਲਕ ਰਹੇਗਾ। ਇਹ ਧਰਤੀ ਅਸੀਂ ਖਾਲਸੇ ਨੂੰ ਸਦਾ ਵਾਸਤੇ ਦਿੱਤੀ ਹੈ। ਤੁਮ ਸਮਦਾਨੀ ਕੌਣ ਵਿਸਾਲਾ। ਤੇ ਸਿੱਖ ਆਖਦੇ ਪਏ ਮਹਾਰਾਜ ਫਿਰ ਤੁਹਾਡੇ ਵਰਗਾ ਦਾਨੀ ਕੋਈ ਨਹੀਂ ਹੋ ਸਕਦਾ। ਤੁਸੀਂ ਵੱਡੇ ਦਾਤੇ ਹੋ ਵੀ ਜਿਹੜੀ ਦਾਤ ਦਿੰਦੇ ਹੋ ਸਦਾ ਵਾਸਤੇ, ਤਾਂ ਹੀ ਬਚਨ ਆ ਗਿਆ ਨਾ ਮਹਾਰਾਜ ਜੀਆਂ ਦਾ, ਜੇ ਵਡ ਆਪ ਤੇ ਵਡ ਤੇਰੀ ਦਾਤ। ਅਸੀਂ ਛੋਟੇ ਹਾਂ, ਸਾਡੀਆਂ ਦਾਤਾਂ ਵੀ ਛੋਟੀਆਂ, ਥੋੜੇ ਸਮੇਂ ਵਾਸਤੇ ਦੇਵਾਂਗੇ, ਜੇ ਕਿਤੇ ਲੜ ਪਿਆ ਤੇ ਉਹਨੂੰ ਮਿਹਣਾ ਵੀ ਮਾਰਾਂਗੇ, ਤੈਨੂੰ ਫਲਾਣੀ ਚੀਜ਼ ਮੈਂ ਦਿੱਤੀ ਸੀ, ਤੇਰੇ ਕੰਮ ਆਇਆ ਸੀ। ਪਰਮਾਤਮਾ ਬਹੁਤ ਵੱਡਾ ਹੈ, ਉਹਦੀ ਦਾਤ ਵੀ ਵੱਡੀ ਹੈ। ਉਸੇ ਪਰਮਾਤਮਾ ਦਾ ਰੂਪ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੇ ਸਤਿਗੁਰੂ ਵੱਡੇ ਨੇ, ਤੇ ਮਹਾਰਾਜ ਨੇ ਦਾਤ ਵੀ ਵੱਡੀ ਦਿੱਤੀ ਹੈ। ਸਾਰੀ ਧਰਤੀ ਖਾਲਸੇ ਨੂੰ ਹੀ ਬਖਸ਼ ਦਿੱਤੀ। ਤੇ ਗੁਰੂ ਕੇ ਸਿੱਖ ਆਖਦੇ ਕਹਿਣ ਲੱਗੇ ਮਹਾਰਾਜ ਤੁਹਾਡੇ ਬਿਨਾਂ ਐਡਾ ਵੱਡਾ ਦਾਨੀ ਕੋਈ ਨਹੀਂ ਹੈ, ਐਡੀ ਵੱਡੀ ਦਾਤ ਤੁਹਾਡੇ ਬਿਨਾਂ ਦੇ ਕੋਈ ਨਹੀਂ ਸਕਦਾ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜ। ਇਹ ਮਹਾਰਾਜ ਬਚਨ ਨੇ ਤੁਹਾਡੇ, ਤੁਸੀਂ ਰਾਜਿਆਂ ਮਹਾਰਾਜਿਆਂ ਦੇ ਵੀ ਰਾਜੇ ਹੋ, ਅਤੇ ਆਪਣੇ ਖਾਲਸੇ ਨੂੰ ਇਹ ਬਖਸ਼ਿਸ਼ਾਂ ਜਿਹੜੀਆਂ ਉਹ ਦੇਣ ਵਾਲੇ ਹੋ। ਉਦੈ ਸਿੰਘ ਤੇ ਆਦਿਕ ਔਰ ਭਾਈ ਉਦੈ ਸਿੰਘ ਤੇ ਹੋਰ ਜਿਹੜੇ ਮਹਾਰਾਜ ਦੇ ਸਿੱਖ ਸਨ, ਕਹਿਤ ਸੁਜਸ ਸੋਢੀ ਸਿਰ ਮਹਾਰਾਜ ਜੀਆਂ ਦਾ ਜਸ ਕਰਦੇ ਸਾਰੇ ਜਾਣੇ। ਮਹਾਰਾਜ ਧੰਨ ਹਨ ਆਪ ਜੀ, ਤੇ ਧੰਨ ਆਪ ਜੀ ਦੇ ਕੌਤਕ ਹਨ। ਵੱਡੇ ਵੱਡੇ ਦਾਨੀ ਜੇ ਭਏ। ਸਤਿਗੁਰੂ ਪਾਤਸ਼ਾਹ ਦੁਨੀਆ ਦੇ ਬੜੇ ਬੜੇ ਦਾਨੀ ਹੋਏ, ਦਾਨ ਕਰਨ ਵਾਲੇ। ਹੁਣੇ ਹੀ ਆਪਾਂ ਬਚਨ ਸਰਵਣ ਕੀਤਾ ਹੈ ਨਾ ਵੀ ਪਰਸ਼ੂਰਾਮ ਨੇ 21 ਵਾਰਾਂ ਧਰਤੀ ਦਾਨ ਦਿੱਤੀ, ਧਰਤੀ ਖੋਹ ਕੇ ਦੂਜਿਆਂ ਕੋਲੋਂ ਤੇ ਦਾਨ ਦੇਣੀ, ਤੇ ਜਿਨ੍ਹਾਂ ਨੂੰ ਦਾਨ ਦੇਣੀ ਉਹਨਾਂ ਨੇ ਗਵਾ ਲੈਣੀ, ਫਿਰ ਦੁਬਾਰਾ ਦਾਨ ਹੋਣਾ, ਫਿਰ ਗਵਾ ਲੈਣਾ। ਐਸੇ ਦੁਨੀਆ ਤੇ ਹੋਏ, ਕਰਨ ਵਰਗੇ ਹੋਏ ਵੱਡੇ ਦਾਨੀ, ਬੜੇ ਬੜੇ ਦਾਨੀ ਦੁਨੀਆ ਤੇ ਹੋਏ ਹਨ। ਤੁਮ ਸਮਤਾ ਕੋ ਕਬਲ ਨ ਲਏ। ਮਹਾਰਾਜ ਤੁਹਾਡੇ ਵਰਗਾ ਦਾਨੀ ਕੋਈ ਨਹੀਂ ਜੇ ਹੋ ਸਕਦਾ, ਬਾਕੀ ਸਾਰੇ ਦਾਨੀ ਤੁਹਾਡੇ ਤੋਂ ਥੱਲੇ ਨੇ। ਤੁਹਾਨੂੰ ਕਿਹਾ ਜਾਂਦਾ ਸਰਬੰਸ ਦਾਨੀ,
ਲੋਕਾਂ ਦੇ ਦਾਨੀਆਂ ਨੇ ਤੇ ਧਰਤੀ ਦਾਨ ਕੀਤੀ ਹੈ, ਪਰ ਕਿਸੇ ਨੇ ਆਪਣੀ ਮਾਂ, ਆਪਣਾ ਬਾਪ, ਆਪਣੇ ਪੁੱਤਰ ਤੇ ਜਾਨ ਤੋਂ ਪਿਆਰੇ ਸਿੱਖ ਦਾਨ ਨਹੀਂ ਕੀਤੇ। ਜੇ ਕੀਤੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੇ। ਸਤਿ ਸ੍ਰੀ ਅਕਾਲ। ਦੁਨੀਆ ਤੇ ਦਾਨੀ ਤੇ ਹੋਏ, ਜ਼ਮੀਨ ਦੇਣ ਵਾਲੇ, ਸੋਨਾ ਦੇਣ ਵਾਲੇ, ਚਾਂਦੀ ਦਾਨ ਕਰਨ ਵਾਲੇ, ਹਾਥੀ ਘੋੜੇ ਦਾਨ ਕਰਨ ਵਾਲੇ ਵੀ ਹੋਏ ਨੇ। ਅਸ ਦਾਨ, ਗੱਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ। ਇਸ ਤਰ੍ਹਾਂ ਦੇ ਦਾਨੀ ਤੇ ਹੋਏ, ਪਰ ਕਿਸੇ ਨੇ ਆਪਣੀ ਮਾਂ, ਆਪਣਾ ਬਾਪ, ਆਪਣੇ ਪੁੱਤਰ, ਆਪਣਾ ਘਰ-ਬਾਰ ਦੇ ਦਿੱਤਾ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਤਾਂ ਉਹਨਾਂ ਨੂੰ ਆਖਿਆ ਜਾਂਦਾ ਸਰਬੰਸ ਦਾਨੀ, ਸਭ ਕੁਝ ਦਾਨ ਕਰਨ ਵਾਲੇ। ਮਹਾਰਾਜ ਤੁਹਾਡੇ ਵਰਗਾ ਦਾਨੀ ਕੋਈ ਨਹੀਂ ਹੋ ਸਕਦਾ ਦੁਨੀਆ ਦੇ। ਇੰਨਾ ਕੁਝ ਜਿਸ ਗੁਰੂ ਨੇ ਦਾਨ ਦਿੱਤਾ, ਉਸ ਗੁਰੂ ਨੂੰ ਅਸੀਂ ਕੀ ਦਿੰਦੇ ਪਏ ਹਾਂ? ਇਹ ਸਾਡੇ ਮਨ ਵਿੱਚ ਵਿਚਾਰਨ ਵਾਲੀ ਗੱਲ ਹੈ। ਅਸੀਂ ਉਸ ਗੁਰੂ ਵਾਸਤੇ ਕੀ ਕਰਦੇ ਪਏ ਹਾਂ? ਸਿੱਖ ਆਖਦੇ ਪਏ, ਕਹਿਣ ਲੱਗੇ ਮਹਾਰਾਜ ਤੁਹਾਡੇ ਵਰਗਾ ਦਾਨੀ ਕੋਈ ਦੂਜਾ ਨਹੀਂ ਹੈ। ਅਰਜੇ ਪੰਥ ਚਲਾਵਨ ਹਾਰੇ, ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਨੇ ਪੰਥ ਚਲਾਏ ਹਨ, ਤੁਮ ਆਗੇ ਸੋ ਕੌਣ ਵਿਚਾਰੇ। ਤੇ ਮਹਾਰਾਜ ਤੁਹਾਡੇ ਅੱਗੇ ਉਹ ਵਿਚਾਰੇ ਕੌਣ ਨੇ? ਬੜੇ ਹੋਏ ਦੁਨੀਆ ਤੇ ਜਿਨ੍ਹਾਂ ਨੇ ਪੰਥ ਚਲਾਏ ਨੇ। ਗੋਰਖਨਾਥ ਹੋਇਆ ਨਾ, ਉਹਨੇ ਵੀ ਆਪਣਾ ਇੱਕ ਪੰਥ ਚਲਾਇਆ। ਕਹਿ ਜੋਗੀ ਤੁਰੇ ਫਿਰਦੇ ਕੰਨ ਵਿੱਚ ਬਲੌਰ ਦੀਆਂ ਮੁੰਦਰਾਂ ਪਾ ਕੇ, ਭਗਵੇਂ ਕੱਪੜੇ ਪਾ ਕੇ। ਇਹ ਵੀ ਤੇ ਜੋਗੀਆਂ ਦਾ ਮਤ ਵੀ ਤੇ ਗੋਰਖਨਾਥ ਨੇ ਚਲਾਇਆ ਹੈ ਨਾ। ਬੜੇ ਐਸੇ ਹੋਏ ਦੁਨੀਆ ਤੇ, ਕੰਠੀ ਕੰਠ ਕਾਠ ਕੀ ਡਾਰੀ, ਪ੍ਰਭ ਕੋਈ ਕਿਰਿਆ ਨਾ ਕਬਹੂ ਵਿਚਾਰੀ। ਕਿਸੇ ਨੇ ਆਖਿਆ ਗਲ ਵਿੱਚ ਮਾਲਾ ਪਾ ਕੇ ਮੈਂ ਪੰਥ ਚਲਾਉਣਾ, ਕਿਸੇ ਨੇ ਆਖਿਆ ਕੰਨ ਵਿੱਚ ਮੁੰਦਰਾਂ ਹੋਣੀਆਂ ਚਾਹੀਦੀਆਂ। ਬੜੇ ਹੋਏ ਦੁਨੀਆ ਤੇ ਜਿਨ੍ਹਾਂ ਨੇ ਆਪਣੇ ਆਪਣੇ ਪੰਥ ਚਲਾਏ ਹਨ। ਪ੍ਰਥਮੈ ਸਿਰ ਮੁਖ ਮੁੰਡਨ ਕਰੈ, ਕਈਆਂ ਨੇ ਆਖਿਆ ਵੀ ਜੇ ਮੇਰਾ ਚੇਲਾ ਬਣਨਾ ਤੇ ਤੈਨੂੰ ਸਿਰ ਮਨਾਉਣਾ ਪਵੇਗਾ। ਹਿੰਦੁਸਤਾਨ ਦੀ ਧਰਤੀ ਤੇ ਇੱਕ ਪੰਥ ਹੈ, ਜੇ ਤੁਸੀਂ ਚੇਲੇ ਬਣਨਾ ਨਾ ਤੁਹਾਨੂੰ ਆਪਣਾ ਸਿਰ ਬਿਲਕੁਲ ਐ ਮਨਾਉਣਾ ਪਵੇਗਾ। ਸਿਰ ਤੇ ਵਾਲ ਕੋਈ ਨਹੀਂ ਹੋਣਾ ਚਾਹੀਦਾ। ਤੇ ਸਿਰ ਕਿਵੇਂ ਮਨਾਉਂਦੇ ਨੇ? ਸਿਰ ਦੇ ਵਿੱਚ ਸਵਾਹ ਪਾ ਕੇ ਤੇ ਰਗੜ ਕੇ ਨਾ ਤਲੀ ਦੇ ਨਾਲ ਵਾਲ ਤੇ ਮੁੱਢੋਂ ਕੱਢਦੇ ਨੇ, ਬਿਲਕੁਲ ਵੀ ਦੁਬਾਰਾ ਆਉਣ ਹੀ ਨਾ। ਬੋਧੀਆਂ ਦਾ ਮਤ ਵੀ ਹੈ ਨਾ ਹਿੰਦੁਸਤਾਨ ਦੀ ਧਰਤੀ ਤੇ, ਭਾਵੇਂ ਥੋੜਾ ਰਹਿ ਗਿਆ, ਬੋਧੀ ਵੀ ਸਿਰ ਤੇ ਵਾਲ ਨਹੀਂ ਰੱਖਦੇ, ਬਿਲਕੁਲ ਗੰਜੇ ਹੁੰਦੇ ਸਿਰ ਤੋਂ। ਇਸ ਤਰ੍ਹਾਂ ਦੇ ਵੀ ਹੋਏ ਨੇ ਜਿਨ੍ਹਾਂ ਨੇ ਆਖਿਆ ਵੀ ਮੇਰੇ ਪੰਥ ਵਾਲੇ, ਮੇਰੇ ਮੰਨਣ ਵਾਲੇ ਸਿਰ ਤੇ ਵਾਲ ਨਹੀਂ ਰੱਖਣਗੇ। ਉਹ ਵੀ ਇੱਕ ਪੰਥ ਚੱਲਦਾ। ਇਹੋ ਜਿਹਾ ਵੀ ਦੁਨੀਆ ਨੇ, ਜਾਂ ਕਿਸੇ ਪੈਗੰਬਰ ਨੇ, ਜਾਂ ਕਿਸੇ ਰਿਸ਼ੀ ਮੁਨੀ ਨੇ ਇਹੋ ਜਿਹਾ ਵੀ ਪੰਥ ਚਲਾਇਆ ਹੈ ਜਿਨ੍ਹਾਂ ਨੇ ਸਿਰ ਦੇ ਵਾਲ ਮੁੱਢੋਂ ਕੱਢ ਦਿੱਤੇ, ਰੱਖੇ ਨਹੀਂ ਹਨ। ਭਗਵੇਂ ਵਸਤਰ ਦੇ ਪਰ ਧਰੈ, ਅਤੇ ਕੋਈ ਦੁਨੀਆ ਵਿੱਚ ਹੋਇਆ ਜਿਨੇ ਗੁਰਮੁਖੋ ਭਗਵੇਂ ਰੰਗ ਦੇ ਕੱਪੜੇ ਪਾਉਣੇ ਕਿਹਾ, ਵੀ ਭਗਵੇਂ ਕੱਪੜੇ ਪਾਉਣੇ ਨੇ। ਹਿੰਦੂ ਧਰਮ ਦੇ ਵਿੱਚ ਇੱਕ ਮੱਤ ਹੈ, ਉਹ ਭਗਵੇਂ ਕੱਪੜੇ ਪਾਉਂਦਾ, ਉਹਨਾਂ ਦੀ ਪਹਿਚਾਣ ਹੀ ਉੱਥੋਂ ਹੈ। ਕਹਿਣ ਲੱਗੇ ਐਸੇ ਵੀ ਦੁਨੀਆ ਤੇ ਹੋਏ ਜਿਨ੍ਹਾਂ ਨੇ ਭਗਵੇਂ ਕੱਪੜੇ ਪਾਏ। ਅੱਜ ਵੀ ਜਦੋਂ ਹਰਿਦੁਆਰ ਮੇਲਾ ਲੱਗਦਾ ਨਾ, ਤੇ ਉੱਥੇ ਇਸ ਤਰ੍ਹਾਂ ਦੇ ਕੱਪੜੇ ਪਾਉਣ ਵਾਲੇ ਜਿਹੜੇ ਸਾਧੂ ਨੇ, ਭਗਵੇਂ ਵਸਤਰ ਪਾਉਣ ਵਾਲੇ, ਬੇਅੰਤ ਗਿਣਤੀ ਵਿੱਚ ਉੱਥੇ ਇਕੱਠੇ ਹੁੰਦੇ। ਇਸ ਤਰ੍ਹਾਂ ਦੇ ਵੀ ਦੁਨੀਆ ਤੇ ਹੋਏ ਜਿਨ੍ਹਾਂ ਨੇ ਆਖਿਆ ਵੀ ਤੁਹਾਡਾ ਬਾਣਾ ਭਗਵੇਂ ਕੱਪੜੇ ਹੋਣਗੇ, ਤੇ ਉਹ ਭਗਵੇਂ ਕੱਪੜਿਆਂ ਵਾਲੇ ਵੀ ਦੁਨੀਆ ਦੇ ਵਿੱਚ ਹਨ। ਭਸਮ ਲਗਾਏ ਕੁਰੂਪ ਬਣਾਵੇ, ਦੁਨੀਆ ਤੇ ਇਸ ਤਰ੍ਹਾਂ ਦੇ ਵੀ ਹੋਏ ਨੇ ਜਿਨ੍ਹਾਂ ਨੇ ਆਖਿਆ ਵੀ ਸਰੀਰ ਤੇ ਸਵਾਹ ਮਲਣੀ ਹੈ। ਬੜੇ ਬੜੇ ਜੋਗੀ ਨਾ ਜਦੋਂ ਸਮਾਧੀ ਵਿੱਚ ਬੈਠਦੇ, ਉਹ ਆਪਣੇ ਸਰੀਰ ਤੇ ਸਵਾਹ ਮਲਦੇ ਨੇ। ਦੇਵਤਿਆਂ ਦੇ ਵਿੱਚੋਂ ਵੱਡਾ ਦੇਵਤਾ ਸ਼ਿਵ ਜੀ ਹੈ। ਸ਼ਿਵ ਜੀ ਵੀ ਆਪਣੇ ਸਰੀਰ ਦੇ ਉੱਪਰ ਸਵਾਹ ਮਲਦਾ, ਤੇ ਉਹਦੇ ਤੋਂ ਚੱਲਿਆ ਪੰਥ। ਜੋਗੀਆਂ ਦਾ ਇੱਕ ਪੰਥ ਹੈ, ਉਹ ਸਿਰ ਤੇ ਆਪਣੇ ਪਿੰਡੇ ਤੇ ਸਵਾਹ ਮਲ ਕੇ ਤੇ ਫਿਰ ਬੈਠਦੇ ਸਮਾਧੀ ਦੇ ਵਿੱਚ। ਉਹਨਾਂ ਦਾ ਵੀ ਇੱਕ ਵੱਖਰਾ ਪੰਥ ਚੱਲਦਾ। ਇਹ ਪੰਥ ਚੱਲਦੇ ਨੇ ਦੁਨੀਆ ਤੇ, ਉਹਨਾਂ ਦੀਆਂ ਗੱਲਾਂ ਹੋ ਰਹੀਆਂ। ਮਹਾਰਾਜ ਪੰਥ ਤੇ ਬੜਿਆਂ ਨੇ ਤੋਰੇ ਨੇ। ਕੋਈ ਆਖਦਾ ਮੈਂ ਸਿਰ ਤੇ ਵਾਲ ਨਹੀਂ ਰਹਿਣ ਦੇਣਾ, ਕੋਈ ਆਖਦਾ ਵੀ ਸਿਰ ਤੇ ਪਿੰਡੇ ਤੇ ਸਵਾਹ ਮਲ ਕੇ ਰੱਖੋ, ਤੇ ਕੋਈ ਆਖਦਾ ਹੈ ਕਿ ਤੁਸੀਂ ਕੀ ਕਰਨਾ ਵੀ ਭਗਵੇਂ ਵਸਤਰ ਪਾਉਣੇ ਨੇ। ਇਸ ਤਰ੍ਹਾਂ ਦੇ ਦੁਨੀਆ ਵਿੱਚ ਬੜੇ ਹੋਏ ਹਨ। ਘਰ ਘਰ ਫੇਰਾਂ ਭੀਖ ਮੰਗਾਵੇ, ਤੇ ਕਈਆਂ ਨੇ ਆਖਿਆ ਵੀ ਤੁਸੀਂ ਚੁੱਲ੍ਹਾ ਨਹੀਂ ਤਾਉਣਾ, ਚੁੱਲ੍ਹਾ ਨਹੀਂ ਬਲਦਣਾ, ਰੋਟੀ ਜਦੋਂ ਖਾਣੀ ਹੈ ਮੰਗ ਕੇ ਖਾਣੀ ਹੈ। ਹੱਥ ਵਿੱਚ ਠੂਠੇ ਫੜਾ ਦਿੱਤੇ, ਲੋਕਾਂ ਦੇ ਘਰਾਂ ਵਿੱਚ ਜਾ ਕੇ ਮੰਗਣਾ, ਜਿਵੇਂ ਦਾ ਪ੍ਰਸ਼ਾਦਾ ਰੋਟੀ ਮਿਲ ਜਾਵੇ ਕੱਚਾ ਪੱਕਾ, ਉਹ ਮੰਗਿਆ ਮੰਗਾਇਆ ਖਾਣਾ, ਪਰ ਆਪ ਨਹੀਂ ਬਣਾਉਣਾ। ਇਸ ਤਰ੍ਹਾਂ ਦਾ ਵੀ ਮਤ ਹੈ ਦੁਨੀਆ ਤੇ, ਮੰਗ ਕੇ ਖਾਣ ਵਾਲਾ, ਜਿਨ੍ਹਾਂ ਨੂੰ ਕਿਹਾ ਜਾਂਦਾ ਮੰਗਤੇ।
ਮਹਾਰਾਜ ਐਸੇ ਮੰਗਣ ਵਾਲੇ ਵੀ ਦੁਨੀਆ ਵਿੱਚ ਬੜੇ ਹੋਏ ਨੇ, ਉਹਨਾਂ ਨੂੰ ਬਣਾਉਣ ਵਾਲੇ, ਉਹਨਾਂ ਦਾ ਪੰਥ ਤੋੜਨ ਵਾਲੇ, ਐਸਾ ਰਾਹ ਤੋੜਨ ਵਾਲੇ ਵੀ ਹੋਏ ਜਿਨ੍ਹਾਂ ਦੇ ਚੇਲੇ ਮੰਗ ਕੇ ਖਾਂਦੇ ਹਨ। ਸਿਰ ਪਰ ਜਟਾ ਜੂਟ ਬੰਧਾਵੇਂ। ਕਹਿਣ ਲੱਗੇ ਗੁਰਮੁਖੋ ਸਿਰ ਦੇ ਉੱਪਰ ਜਟਾ ਬੰਨਣ ਵਾਲੇ, ਵੱਡਾ ਜੂੜਾ ਜਟਾ ਦਾ ਬਣਾ ਕੇ ਸਿਰ ਤੇ ਜਟਾਵਾਂ ਧਾਰੀ ਸਾਧ ਬਣ ਗਏ, ਉਹਨਾਂ ਨੇ ਵੀ ਆਪਣਾ ਇੱਕ ਮਤ ਚਲਾਇਆ ਹੋਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿਣ ਲੱਗੇ ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁਡਾਏ। ਲਾਂਬੇ ਕੇਸ ਤੋਂ ਭਾਵ ਇਹੋ ਹੀ ਹੈ ਵੀ ਬੋੜ ਦੀਆਂ ਜੜ੍ਹਾਂ ਦਾ ਦੁੱਧ ਲਾ ਕੇ ਤੇ ਆਪਣੇ ਕੇਸਾਂ ਦੀਆਂ ਜਟਾਵਾਂ ਬਣਾ ਲੈਣੀਆਂ ਤੇ ਫਿਰ ਜਟਾਵਾਂ ਨੂੰ ਲੰਮੇ ਕਰਨਾ। ਲੰਮੀਆਂ ਇੰਨੀਆਂ ਜਟਾਵਾਂ ਵੀ ਜਦੋਂ ਕੋਠੇ ਦੀ ਦੂਜੀ ਮੰਜ਼ਲ ਤੇ ਖੜਨਾ ਤੇ ਉੱਥੋਂ ਜਟਾਵਾਂ ਥੱਲੇ ਲੱਗਣ ਧਰਤੀ ਤੇ ਆ ਕੇ। ਇੰਨੀਆਂ ਲੰਮੀਆਂ ਜਟਾਵਾਂ, ਐਸੇ ਵੀ ਜੋਗੀ ਸਾਧੂ ਨੇ ਦੁਨੀਆ ਤੇ ਜਿਨ੍ਹਾਂ ਦੀਆਂ ਜਟਾਵਾਂ 20-20 ਫੁੱਟ ਲੰਮੀਆਂ, 40-40 ਫੁੱਟ ਲੰਬਾਈ ਦੇ ਵਿੱਚ ਨੇ ਤੇ ਕਈ ਚੇਲੇ ਮਗਰੋਂ ਜਟਾਵਾਂ ਚੁੱਕ ਕੇ ਤੁਰਦੇ ਉਹਨਾਂ ਦੇ ਨਾਲ, ਉਹਨਾਂ ਦੀ ਜਟਾਵਾਂ ਹੀ ਇੰਨੀਆਂ ਲੰਮੀਆਂ ਕਰ ਛੱਡੀਆਂ। ਜਟਾਵਾਂ ਵਾਲੇ ਵੀ ਹੋਏ ਜਿਨ੍ਹਾਂ ਨੇ ਬੋੜ ਦਾ ਦੁੱਧ ਲਾ ਕੇ ਜਟਾਵਾਂ ਲੰਮੀਆਂ ਕੀਤੀਆਂ, ਜਿੰਨੀਆਂ ਲੰਮੀਆਂ ਜਟਾਵਾਂ ਓਡਾ ਵੱਡਾ ਸਾਧੂ। ਐਸੇ ਪੰਥ ਵੀ ਦੁਨੀਆ ਤੇ ਹੋਏ ਨੇ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁਡਾਏ, ਤੇ ਭਾਵੇਂ ਰਗੜ ਰਗੜ ਕੇ ਕੱਟਦੇ ਵੀ ਇੱਕ ਪੰਥ ਹੈ, ਪਰ ਪ੍ਰਮਾਤਮਾ ਨਹੀਂ ਮਿਲਦਾ। ਕਹਿਣ ਲੱਗੇ ਇੱਕ ਵਾਰੀ ਨਾਰਦ ਜੀ ਨੇ ਆਖਿਆ ਪਾਰਬਤੀ ਨੂੰ ਜਾ ਕੇ, ਭਾਵੇਂ ਕੋਈ ਬੰਦਾ ਗਰੀਬ ਹੋਵੇ ਪਰ ਕੱਖਾਂ ਦੀ ਛੰਨ ਤੇ ਉਹਦੇ ਕੋਲ ਵੀ ਹੁੰਦੀ ਹੈ, ਕੁੱਲੀ ਤੇ ਗਰੀਬ ਕੋਲ ਵੀ ਹੁੰਦੀ ਹੈ, ਤੁਸੀਂ ਇੰਨੇ ਵੱਡੇ ਦੇਵਤੇ ਹੋ, ਤੁਹਾਡੇ ਕੋਲ ਤੇ ਰਹਿਣ ਨੂੰ ਘਰ ਹੀ ਕੋਈ ਨਹੀਂ ਹੈਗਾ, ਤੁਸੀਂ ਆਪਣਾ ਘਰ ਬਣਾਓ ਤੇ ਘਰ ਵਿੱਚ ਰਿਹਾ ਕਰੋ। ਹੁਣ ਨਾਰਦ ਜੀ ਤੇ ਇੰਨੀ ਗੱਲ ਕਹਿ ਕੇ ਚਲੇ ਗਏ, ਪਾਰਬਤੀ ਨੂੰ ਸਮਝਾ ਗਏ। ਜਦੋਂ ਭਗਵਾਨ ਸ਼ਿਵ ਜੀ ਆਉਣਗੇ ਉਹਨਾਂ ਨੂੰ ਬੇਨਤੀ ਕਰਨੀ ਵੀ ਆਪਣੇ ਵਾਸਤੇ ਘਰ ਹੋਣਾ ਚਾਹੀਦਾ। ਆਪਾਂ ਸਿਵਿਆਂ ਦੇ ਵਿੱਚ ਰਹਿੰਦੇ ਹਾਂ, ਮੰਗਤੇ ਗਰੀਬ ਦਾ ਵੀ ਘਰ ਹੁੰਦਾ ਹੈ। ਜਦੋਂ ਪਾਰਬਤੀ ਜੀ ਮਿਲੇ ਸ਼ਿਵ ਜੀ ਨੂੰ, ਉਹਨਾਂ ਨੇ ਬੇਨਤੀ ਕੀਤੀ ਜੀ ਸਾਰਿਆਂ ਦਾ ਘਰ ਹੁੰਦਾ, ਆਪਣਾ ਘਰ ਕਿਉਂ ਨਹੀਂ ਹੈ, ਘਰ ਬਣਾਈਏ। ਕੁਝ ਸਮੇਂ ਲਈ ਉਹਨਾਂ ਨੇ ਟਾਲਿਆ, ਕਹਿਣ ਲੱਗੇ ਵੀ ਆਪਾਂ ਘਰ ਦਾ ਕੀ ਕਰਨਾ, ਸਮਾਧੀ ਲਾਉਣੀ ਹੈ, ਚੌਂਕੜਾ ਲਾਉਣਾ ਕਿਤੇ ਵੀ ਲਾਇਆ ਜਾ ਸਕਦਾ, ਘਰ ਬਣਾ ਕੇ ਕੀ ਕਰਾਂਗੇ। ਨਹੀਂ, ਵਾਰ-ਵਾਰ ਆਖਿਆ ਗਿਆ ਵੀ ਘਰ ਜ਼ਰੂਰ ਬਣਾਈਏ, ਘਰ ਹੋਣਾ ਚਾਹੀਦਾ। ਇੱਕ ਦਿਨ ਉਹ ਮੰਨ ਹੀ ਗਏ, ਕਹਿਣ ਲੱਗੇ ਠੀਕ ਹੈ, ਜੇ ਤੁਸੀਂ ਬਹੁਤਾ ਜ਼ੋਰ ਪਾਉਂਦੇ ਹੋ, ਪਰਿਵਾਰ ਦੀ ਗੱਲ ਵੀ ਤੇ ਮੰਨਣੀ ਪੈਂਦੀ ਹੈ ਨਾ, ਭਾਵੇਂ ਦੇਵਤਾ ਹੀ ਹੋਵੇ। ਮੰਨ ਲਈ ਗੱਲ, ਕਹਿਣ ਲੱਗਾ ਵੀ ਠੀਕ ਹੈ, ਬਣਾ ਲੈਂਦੇ ਘਰ। ਉਸ ਵੇਲੇ ਮਿਸਤਰੀਆਂ ਦਾ ਗੁਰੂ ਬੁਲਾਇਆ ਗਿਆ, ਜਿਸ ਨੂੰ ਕਿਹਾ ਜਾਂਦਾ ਵਿਸ਼ਵਕਰਮਾ। ਉਹਨੂੰ ਬੁਲਾਇਆ, ਬੇਨਤੀ ਸੁਨੇਹਾ ਭੇਜਿਆ ਵੀ ਆਓ ਜੀ ਮੈਨੂੰ ਘਰ ਬਣਾ ਕੇ ਦਿਓ। ਵਿਸ਼ਵਕਰਮਾ ਕਿਸੇ ਕੰਮ ਲੱਗੇ ਹੋਏ, ਉਹਨਾਂ ਨੇ ਆਖਿਆ ਵੀ ਨਹੀਂ ਅਜੇ ਸਮਾਂ ਨਹੀਂ ਹੈ, ਸਮਾਂ ਆਵੇਗਾ ਤੇ ਫਿਰ ਮੈਂ ਆਵਾਂਗਾ। ਘਰੋਂ ਫਿਰ ਫਰਿਆਦ ਹੁੰਦੀ ਹੈ ਘਰ ਬਣਾਈਏ ਆਪਾਂ, ਬਣਾਇਆ ਕਿਉਂ ਨਹੀਂ। ਦੂਜੀ ਵਾਰੀ ਫਿਰ ਸੁਨੇਹਾ ਭੇਜਿਆ ਵੀ ਆਓ ਜੀ ਘਰ ਬਣਾ ਕੇ ਦਿਓ। ਉਹ ਕਹਿਣ ਲੱਗੇ ਸਮਾਂ ਆਵੇਗਾ ਤੇ ਬਣਾ ਦੇਵਾਂਗੇ। 3-4 ਵਾਰੀ ਬੇਨਤੀਆਂ ਭੇਜੀਆਂ, 3-4 ਵਾਰੀ ਉਹਨਾਂ ਨੇ ਟਾਲਿਆ, ਪਰ ਜਦੋਂ 3-4 ਵਾਰੀ ਟਾਲਣ ਤੋਂ ਬਾਅਦ ਵਿੱਚ ਚੱਲ ਹੀ ਪਏ, ਨਾਲ ਚੱਲ ਪਏ ਵਿਸ਼ਵਕਰਮਾ ਜੀ। ਕਹਿਣ ਲੱਗੇ ਚਲੋ ਭਾਈ ਦੱਸੋ ਕਿੱਥੇ ਬਣਾਉਣਾ। ਸਮੁੰਦਰ ਦੇ ਵਿੱਚ ਇੱਕ ਸੋਹਣੀ ਜਿਹੀ ਜਗ੍ਹਾ ਵੇਖ ਕੇ ਉਹ ਵਰਤੀ ਗਈ ਵੀ ਇੱਥੇ ਘਰ ਬਣਨਾ ਚਾਹੀਦਾ। ਤੇ ਵਿਸ਼ਵਕਰਮਾ ਜੀ ਨੇ ਪੁੱਛਿਆ, ਕਹਿਣ ਲੱਗਾ ਵੀ ਦੱਸੋ ਕਿਵੇਂ ਦੀਆਂ ਕੰਧਾਂ ਹੋਣੀਆਂ ਚਾਹੀਦੀਆਂ, ਕਿਵੇਂ ਦਾ ਘਰ ਹੋਣਾ ਚਾਹੀਦਾ, ਕਿਵੇਂ ਦੇ ਕਮਰੇ ਹੋਣੇ ਚਾਹੀਦੇ, ਕਿਵੇਂ ਦੀ ਹਵੇਲੀ ਹੋਣੀ ਚਾਹੀਦੀ ਹੈ, ਮੈਨੂੰ ਦੱਸੋ, ਨਕਸ਼ਾ ਤਿਆਰ ਕਰੋ, ਮੈਂ ਬਣਾ ਦਿੰਦਾ। ਉਸ ਵੇਲੇ ਕਹਿਣ ਲੱਗੇ ਵੀ ਸ਼ਿਵ ਜੀ ਭਗਵਾਨ ਦੱਸਣ ਲੱਗ ਪਏ, ਆਹ ਕੰਧ ਇਹਨੂੰ ਹੋਣੀ ਚਾਹੀਦੀ ਹੈ, ਆਹ ਕਮਰਾ ਇਹਨੂੰ ਹੋਣਾ ਚਾਹੀਦਾ। ਉਹ ਜਿਵੇਂ ਜਿਵੇਂ ਅੱਗੇ ਦੱਸਦੇ ਗਏ, ਉਹ ਪਿੱਛੋਂ ਸ਼ਕਤੀ ਦੇ ਨਾਲ, ਵਿਸ਼ਵਕਰਮਾ ਜੀ ਸ਼ਕਤੀ ਨਾਲ ਹੀ ਮਗਰ ਹੀ ਬਣਾਈ ਗਿਆ ਸਾਰਾ ਕੁਝ। ਜਦੋਂ ਮੁੜ ਕੇ ਪਿੱਛੇ ਵੇਖਿਆ ਤਾਂ ਬਿਲਕੁਲ ਘਰ ਬਣਿਆ ਹੋਇਆ। ਜਿਹੜਾ ਉਹ ਘਰ ਬਣਿਆ, ਦੁਨੀਆ ਨੇ ਉਸ ਨੂੰ ਕਿਹਾ ਹੈ ਵੀ ਇਹ ਉਹ ਘਰ ਸੀ ਜਿੱਥੇ ਰਾਵਣ ਰਿਹਾ, ਜਿਸ ਨੂੰ ਆਖਿਆ ਜਾਂਦਾ ਲੰਕਾ ਗੜ੍ਹ ਸੋਨੇ ਕਾ। ਉਹ ਜਿਹੜਾ ਬਣਿਆ ਨਾ ਥਾਂ, ਉਸ ਨੂੰ ਲੰਕਾ ਦਾ ਕਿਲਾ ਦੱਸਿਆ ਗਿਆ ਵੀ ਉਹ ਘਰ ਬਣਾਇਆ ਸੀ। ਗੁਰਮੁਖੋ ਜਦੋਂ ਘਰ ਬਣ ਗਿਆ ਨਾ, ਤਾਂ ਪਿੱਛੇ ਮੁੜ ਕੇ ਵੇਖਿਆ ਵੀ ਘਰ ਤੇ ਬਣ ਵੀ ਗਿਆ। ਗੁੱਸਾ ਆ ਗਿਆ ਮਨ ਦੇ ਵਿੱਚ, ਮੈਂ ਏਡਾ ਵੱਡਾ ਸਤਿਕਾਰਯੋਗ ਦੇਵਤਾ ਹਾਂ, ਮੈਂ ਕਈ ਸਨੇਹ ਭੇਜੇ ਨੇ ਤੇ ਅੱਜ ਮਿੰਟ ਵਿੱਚ ਹੀ ਇਹਨਾਂ ਨੇ ਸਭ ਕੁਝ ਕਰ ਦਿੱਤਾ। ਕੰਮ ਤੇ 2 ਮਿੰਟਾਂ ਦਾ ਸੀ, ਪਹਿਲਾਂ ਕਿਉਂ ਨਹੀਂ ਆਏ।
ਇਹਦੇ ਵਿੱਚ ਮੇਰੀ ਨਰਾਦਰੀ ਹੋਈ ਹੈ। ਮੈਂ ਇੰਨੇ ਵੱਡੇ ਵਿਅਕਤੀ ਨੇ ਇੰਨੇ ਸੁਨੇਹੇ ਭੇਜ ਕੇ ਇੰਨਾ ਟਾਈਮ ਵੇਟ ਕਰਕੇ ਤੇ ਫਿਰ ਘਰ ਬਣਾਇਆ ਤੇ ਬਣਾ ਕੁਝ ਸਕਿੰਟਾਂ ਮਿੰਟਾਂ 'ਚ ਹੀ ਦਿੱਤਾ। ਮੇਰੀ ਨਰਾਦਰੀ ਹੋਈ ਹੈ। ਫਿਰ ਉਹਨਾਂ ਨੇ ਸ਼ਰਾਪ ਦੇ ਦਿੱਤਾ, ਕਹਿਣ ਲੱਗੇ ਅੱਜ ਤੋਂ ਬਾਅਦ ਸ਼ਕਤੀ ਨਹੀਂ ਚੱਲੇਗੀ, ਅੱਜ ਤੋਂ ਬਾਅਦ ਤੁਹਾਨੂੰ ਹੱਥੀਂ ਕੰਮ ਕਰਨਾ ਪਵੇਗਾ। ਜਿਹੜੀ ਤੁਹਾਡੀ ਅੱਗੇ ਔਲਾਦ ਹੋਵੇਗੀ ਨਾ, ਉਹ ਹੱਥੀਂ ਕੰਮ ਕਰਨਗੇ, ਸ਼ਕਤੀ ਨਾਲ ਕੁਝ ਨਹੀਂ ਹੋ ਸਕੇਗਾ। ਜਦੋਂ ਇਹ ਸ਼ਰਾਪ ਦਿੱਤਾ ਤੇ ਫਿਰ ਉਹਨਾਂ ਨੇ ਸ਼ਰਾਪ ਸੁਣ ਕੇ ਆਖਿਆ, ਕਹਿਣ ਲੱਗੇ ਠੀਕ ਹੈ, ਜਿਹੜੀ ਮੇਰੀ ਔਲਾਦ ਹੋਵੇਗੀ ਨਾ ਉਹ ਹੱਥੀਂ ਕੰਮ ਕਰ ਲਵੇਗੀ, ਮਿਹਨਤ ਕਰ ਲਵੇਗੀ। ਮਿਸਤਰੀ ਹੱਥੀਂ ਕੰਮ ਕਰਕੇ ਕੰਮ ਚਲਾ ਲੈਣਗੇ, ਰੋਟੀ ਖਾ ਲੈਣਗੇ। ਤੇ ਫਿਰ ਅੱਗੋਂ ਸ਼ਰਾਪ ਉਹਨਾਂ ਨੇ ਵੀ ਦਿੱਤਾ, ਕਹਿਣ ਲੱਗੇ ਜਿਹੜੇ ਤੇਰੇ ਚੇਲੇ ਹੋਣਗੇ ਉਹ ਹੱਥੀਂ ਕੰਮ ਵੀ ਨਹੀਂ ਕਰ ਸਕਣਗੇ, ਉਹ ਮੰਗ ਕੇ ਖਾਣਗੇ। ਅੱਜ ਤੁਸੀਂ ਬਾਜ਼ਾਰਾਂ ਵਿੱਚ ਵੇਖਦੇ ਹੋ ਨਾ, ਸਿਰ ਦੇ ਉੱਪਰ ਉਹਨਾਂ ਨੇ ਮੋਰ ਦਾ ਖੰਭ ਜਿਹਾ ਲਾਇਆ ਹੁੰਦਾ, ਤਾਂ ਉਹਨੂੰ ਹੱਥ ਵਿੱਚ ਟੱਲੀ ਫੜੀ ਹੁੰਦੀ ਹੈ। ਉਹ ਕੰਮ ਕੋਈ ਨਹੀਂ ਕਰਦੇ, ਉਹ ਬਸ ਉਹਨਾਂ ਨੇ ਦੁਕਾਨ ਦੇ ਸਾਹਮਣੇ ਜਾ ਕੇ ਟੱਲੀ ਵਜਾਉਣੀ ਹੈ ਤੇ ਉੱਤੇ ਮੋਰ ਦਾ ਖੰਭ ਤਾਂ ਨੂੰ ਲਾਇਆ ਹੋਇਆ ਕਲਗੀ ਜੀ ਵਾਂਗ। ਤੇ ਉਹ ਫਿਰ ਦੁਕਾਨਦਾਰ ਜਾਂ ਘਰਾਂ ਵਾਲੇ ਰੁਪਈਆ 2 ਰੁਪਈਆ ਦਾਨ ਕਰਦੇ ਉਹਨਾਂ ਨੂੰ, ਤੇ ਫਿਰ ਉਹਦੇ ਨਾਲ ਉਹ ਆਪਣਾ ਪ੍ਰਸ਼ਾਦਾ ਪਾਣੀ ਛਕਦੇ। ਇੱਥੇ ਬਚਨ ਆ ਗਿਆ, ਮਹਾਰਾਜ ਪੰਥ ਤੇ ਦੁਨੀਆ ਤੇ ਬੜੇ ਤੁਰੇ ਨੇ, ਤੇ ਉਹ ਜਿਹੜਾ ਭੀਖ ਮੰਗਣ ਵਾਲਾ ਪੰਥ ਹੈ ਨਾ, ਉਹ ਇਹੀ ਹੈ। ਉਹਦੇ ਚੇਲੇ ਨੇ, ਦੁਨੀਆ ਦੇ ਵੱਡੇ ਦੇਵਤੇ ਦੇ ਚੇਲੇ ਨੇ, ਪਰ ਹੱਥੀਂ ਕੰਮ ਨਹੀਂ ਕਰਦੇ। ਉਹਨਾਂ ਨੂੰ ਸ਼ਰਾਪ ਹੈ ਵੀ ਹੱਥੀਂ ਕੰਮ ਨਹੀਂ ਕਰਨਗੇ। ਇਹ ਕੀ ਕਰਨਗੇ? ਇਹ ਟੱਲੀ ਵਜਾਉਣਗੇ ਤੇ ਮੰਗ ਕੇ ਹੀ ਖਾਣਗੇ। ਚਲੋ ਗੁਰਮੁਖੋ ਘਰ ਬਣ ਗਿਆ। ਸ਼ਰਾਪ ਤੇ ਭਾਵੇਂ ਦੋਨਾਂ ਨੂੰ ਇੱਕ ਇੱਕ ਮਿਲ ਗਿਆ, ਪਰ ਘਰ ਬਣ ਗਿਆ। ਹੁਣ ਜਦੋਂ ਘਰ ਬਣਾਇਆ ਤੇ ਪੂਜਾ ਕਰਨੀ ਹੈ, ਪੂਜਾ ਵਾਸਤੇ ਬ੍ਰਾਹਮਣ ਸੱਦਿਆ ਗਿਆ। ਬ੍ਰਾਹਮਣ ਨੇ ਪੂਜਾ ਕੀਤੀ ਹੈ, ਮੰਤਰ ਪੜ੍ਹੇ। ਜਦੋਂ ਸਾਰੀ ਉਹਨੇ ਪੂਜਾ ਕਰ ਲਈ ਤੇ ਉਹਨੂੰ ਪੁੱਛਿਆ, ਕਹਿਣ ਲੱਗੇ ਵੀ ਦੱਸ ਤੈਨੂੰ ਦਛਨਾ ਕੀ ਦਈਏ? ਬ੍ਰਾਹਮਣ ਦਾ ਘਰ ਵੇਖ ਕੇ ਮਨ ਬੇਈਮਾਨ ਹੋ ਗਿਆ, ਕਹਿਣ ਲੱਗਾ ਦਛਨਾ ਦੇਣੀ ਹੈ ਤੇ ਘਰ ਹੀ ਦੇ ਦਿਓ ਮੈਨੂੰ। ਹੁਣ ਉਹਨਾਂ ਸਮਿਆਂ ਵਿੱਚ ਬ੍ਰਾਹਮਣ ਦਾ ਬੜਾ ਜ਼ਿਆਦਾ ਸਤਿਕਾਰ ਸੀ, ਮਾਣ ਸੀ ਵੀ ਜੇ ਇਹਨੂੰ ਖਾਲੀ ਮੋੜਿਆ ਤੇ ਬੜਾ ਵੱਡਾ ਪਾਪ ਲੱਗੇਗਾ। ਫਿਰ ਸ਼ਿਵ ਜੀ ਭਗਵਾਨ ਨੇ ਆਖਿਆ, ਕਹਿਣ ਲੱਗੇ ਪਾਰਬਤੀ ਆਪਣੀਆਂ ਜਗ੍ਹਾ ਤੇ ਉਹੀ ਹੈ ਜਿੱਥੇ ਪਹਿਲਾਂ ਰਹਿੰਦੇ ਸੀ, ਘਰ ਆਪਣੇ ਕਿਸਮਤ ਵਿੱਚ ਹੀ ਨਹੀਂ ਹੈ। ਇਹ ਜਿਹੜਾ ਪੂਜਾ ਕਰਨ ਆ ਗਿਆ ਹੈ, ਘਰ ਤੇ ਇਹ ਲੈ ਗਿਆ ਆਪਣੇ ਕੋਲੋਂ। ਜੇ ਨਹੀਂ ਦਿੰਦੇ ਤੇ ਤਾਂ ਵੀ ਮਾੜੀ ਗੱਲ ਹੈ, ਪਰ ਦੇਣਾ ਪੈਣਾ। ਇਸ ਤਰ੍ਹਾਂ ਉਹ ਘਰ ਮਿਲਿਆ ਉਸ ਬ੍ਰਾਹਮਣ ਨੂੰ। ਤੇ ਕਹਿਣ ਲੱਗੇ ਉਸੇ ਬ੍ਰਾਹਮਣ ਦਾ ਪੁੱਤਰ ਅੱਗੇ ਜਾ ਕੇ ਕੁਲ ਦੇ ਵਿੱਚੋਂ ਫਿਰ ਰਾਵਣ ਉਸ ਰਾਜ ਤੇ ਬੈਠਾ, ਉਹਨੇ ਉਸ ਕਿਲੇ ਦੀ ਵਰਤੋਂ ਕੀਤੀ। ਲੰਮਾ ਪ੍ਰਸੰਗ ਹੈ। ਇਤਿਹਾਸ ਦੇ ਵਿੱਚ ਬਚਨ ਇਹ ਆਉਂਦੇ ਨੇ ਵੀ ਦੁਨੀਆ ਵਿੱਚ ਕਈ ਪੰਥ ਚੱਲੇ ਨੇ। ਨੀਲੇ ਜਿਹੜੇ ਨੇ ਭਗਵੇਂ ਕੱਪੜਿਆਂ ਵਾਲਾ ਵੀ ਹੈ, ਕੋਈ ਸਿਰ ਗੰਜੇ ਵਾਲਾ ਵੀ ਹੈ, ਕੋਈ ਜਟਾਧਾਰੀ ਵੀ ਹੈ, ਕੋਈ ਕੰਨ ਵਿੱਚ ਮੁੰਦਰਾਂ ਪਾਉਣ ਵਾਲਾ ਵੀ ਹੈ, ਕੋਈ ਮੰਗ ਕੇ ਖਾਣ ਵਾਲਾ ਵੀ ਹੈ। ਐਸੇ ਪੰਥ ਦੁਨੀਆ ਤੇ ਬੜੇ ਚੱਲੇ ਹਨ। ਜਾਚੇ ਟੁਕੜੇ ਤਿਨੇ ਖਵਾਵੇਂ। ਤੇ ਕੁਝ ਲੋਕ ਆਪਣੇ ਚੇਲਿਆਂ ਨੂੰ ਮੰਗ ਮੰਗ ਕੇ ਖਵਾਉਂਦੇ ਨੇ। ਜਿਵੇਂ ਹੁਣੇ ਆਪਾਂ ਸਾਖੀ ਸਰਵਣ ਕੀਤੀ ਆ ਵੀ ਉਹ ਟੱਲੀਆਂ ਵਜਾ ਵਜਾ ਕੇ ਰਾਮ ਰਾਮ ਗਾਏਂਗੇ, ਟੱਲੀਆਂ ਬਜਾਏਂਗੇ, ਮਾਂਗ ਕੇ ਖਾਏਂਗੇ। ਬਸ ਉਹ ਇਸ ਤਰ੍ਹਾਂ ਹੀ ਮੰਗ ਮੰਗ ਕੇ ਟੱਲੀਆਂ ਵਜਾ ਵਜਾ ਕੇ ਲੋਕਾਂ ਕੋਲੋਂ ਖਾਂਦੇ ਨੇ। ਇਸ ਤਰ੍ਹਾਂ ਦੇ ਵੀ ਪੰਥ ਦੁਨੀਆ ਤੇ ਚੱਲਦੇ ਹਨ। ਆਪ ਜਗਤ ਮੈਂ ਦੀਏ ਪਦਾਰਥ। ਪਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਮੇਰਾ ਸਿੱਖ ਨਹੀਂ ਇਹੋ ਜਿਹਾ ਹੋਵੇਗਾ। ਜੇ ਮੈਂ ਹਾਥੀ ਤੇ ਚੜ੍ਹਦਾ ਤੇ ਮੇਰਾ ਸਿੱਖ ਵੀ ਹਾਥੀ ਤੇ ਚੜ੍ਹ ਸਕਦਾ। ਜੇ ਅਸੀਂ ਘੋੜੇ ਤੇ ਚੜ੍ਹਦੇ ਹਾਂ ਤੇ ਮੇਰਾ ਸਿੱਖ ਵੀ ਘੋੜੇ ਤੇ ਚੜ੍ਹ ਸਕਦਾ ਹੈ। ਜੇ ਮੇਰੇ ਕੋਲ 1.25 ਲੱਖ ਦਾ ਘੋੜਾ ਤੇ ਮੇਰਾ ਸਿੱਖ ਵੀ 1.25 ਲੱਖ ਦਾ ਘੋੜਾ ਰੱਖ ਸਕਦਾ। ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ। ਇਹ ਬਚਨ ਹੈ ਮਹਾਰਾਜ ਜੀਆਂ ਦਾ। ਉਹਨਾਂ ਨੇ ਸਾਨੂੰ ਬਾਦਸ਼ਾਹ ਬਣਾਇਆ ਹੈ। ਕਿਸੇ ਤਰ੍ਹਾਂ ਦਾ ਵੀ ਸਾਜੋ ਸਮਾਨ ਰੱਖਿਆ ਜਾ ਸਕਦਾ। ਮਹਾਰਾਜ ਕਹਿਣ ਲੱਗੇ ਆਪ ਜਗਤ ਮੈਂ ਦਏ ਪਦਾਰਥ। ਜਿੰਨੇ ਮਤ ਚੱਲੇ ਉਹਨਾਂ ਨੇ ਘਰ ਛਡਾ ਦਿੱਤਾ ਵੀ ਘਰੇ ਨਹੀਂ ਰਹਿਣਾ। ਹੁਣ ਕਦੇ ਵੇਖਿਆ ਵੀ ਜਟਾਧਾਰੀ ਬੰਦਾ ਘਰੇ ਰਹਿੰਦਾ ਹੋਵੇ, ਬੋਧੀ ਘਰੇ ਰਹਿੰਦੇ ਹੋਣ, ਜੋਗੀ ਘਰ ਰਹਿੰਦੇ ਹੋਣ, ਜਿਹੜੇ ਟੱਲੀਆਂ ਵਜਾ ਕੇ ਮੰਗਣ ਵਾਲੇ ਉਹ ਘਰੇ ਰਹਿੰਦੇ ਹੋਣ? ਨਹੀਂ, ਉਹਨਾਂ ਦੇ ਪੈਰੋਕਾਰਾਂ ਨੇ ਸਾਰਿਆਂ ਨੇ ਘਰ ਛਡਾ ਦਿੱਤੇ ਵੀ ਘਰੇ ਨਹੀਂ ਰਹਿਣਾ। ਜੰਗਲਾਂ ਵਿੱਚ ਰਹੋ, ਸੜਕਾਂ ਤੇ ਰਹੋ, ਮੰਗ ਕੇ ਖਾਓ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਘਰ ਛੱਡਣਾ ਹੀ ਨਹੀਂ, ਘਰੇ ਹੀ ਰਹਿਣਾ ਪਰਿਵਾਰ ਦੇ ਵਿੱਚ। ਹਿਰਦੈ ਰਾਮ ਵਸਾਇਓ, ਘਰ ਬੈਠੇ ਗੁਰੂ ਧਿਆਇਆ। ਘਰੇ ਬੈਠ ਕੇ ਪਰਿਵਾਰ ਵਿੱਚ ਰੇ ਮਨ ਐਸੋ ਕਰ ਸੰਨਿਆਸਾ ਬਣ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਨਿਵਾਸਾ। ਉਦਾਸਾ। ਘਰ ਦੇ ਵਿੱਚ ਰਹਿ ਕੇ ਬੰਦਗੀ ਕਰ, ਤੈਨੂੰ ਘਰ ਛੱਡਣ ਦੀ ਲੋੜ ਨਹੀਂ।
ਐਸਾ ਗੁਰੂ ਨਹੀਂ ਮਿਲੇਗਾ, ਐਸਾ ਪਿਤਾ ਨਹੀਂ ਮਿਲੇਗਾ ਜਿਹੜਾ ਵੱਖਰਾ ਪੰਥ ਵੀ ਚਲਾਏ, ਆਪਣਾ ਸਭ ਕੁਝ ਦਾਨ ਵੀ ਕਰ ਦੇਵੇ ਔਰ ਆਖੇ ਤੂੰ ਘਰੇ ਹੀ ਰਹਿਣਾ ਹੈ ਔਰ ਸਾਰੇ ਸੁੱਖ ਵੀ ਲੈਣੇ ਨੇ। ਇਹੋ ਜਿਹਾ ਗੁਰੂ ਮਿਲ ਸਕਦਾ? ਨਹੀਂ ਮਿਲੇਗਾ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਵੱਡੇ ਭਾਗ ਨੇ ਤਾਂ ਗੁਰੂ ਮਿਲਿਆ, ਪਰ ਸਾਨੂੰ ਕਦਰ ਕੋਈ ਨਹੀਂ ਹੈ। ਕੀਨਸ ਮਾਨੁਖ ਜਨਮ ਸਕਾਰਥ, ਸਤਿਗੁਰਾਂ ਨੇ ਮਨੁੱਖਾ ਜਨਮ ਸਫਲਾ ਕਰ ਦਿੱਤਾ ਹੈ। ਸੁੰਦਰ ਵੇਸ ਦੇਹ ਮੈਂ ਦੀਨੋ, ਤੇ ਸਤਿਗੁਰਾਂ ਨੇ ਸਰੀਰ ਨੂੰ ਸੋਹਣਾ ਬਣਾਇਆ। ਇਹ ਨਹੀਂ ਆਖਿਆ ਵੀ ਮੇਰਾ ਸਿਰ ਗੰਜਾ ਹੋ ਜਾਵੇ, ਮੇਰਾ ਸਿੱਖ ਕੰਨ ਵਿੱਚ ਮੁੰਦਰਾਂ ਪਾ ਲਵੇ, ਜਟਾ ਰੱਖ ਲਵੇ। ਨਹੀਂ, ਜਿਵੇਂ ਦਾ ਸਰੀਰ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੈ, ਇਹਦੇ ਨਾਲ ਕੋਈ ਛੇੜਛਾੜ ਨਹੀਂ ਕਰਨੀ। ਤੇ ਪਰਮਾਤਮਾ ਤੋਂ ਵੱਧ ਸੁੰਦਰਤਾ ਹੀ ਕੋਈ ਬਣਾ ਹੀ ਨਹੀਂ ਸਕਦਾ। ਸਾਡੇ ਮਨ ਵਿੱਚ ਇੱਕ ਇਹ ਵਹਿਮ ਪੈਦਾ ਹੋ ਗਿਆ ਵੀ ਅਸੀਂ ਕਿਸੇ ਦੁਕਾਨ ਤੇ ਜਾਵਾਂਗੇ ਤੇ ਉੱਥੇ ਸੋਹਣੇ ਬਣ ਕੇ ਆਵਾਂਗੇ। ਪਰਮਾਤਮਾ ਤੋਂ ਸੋਹਣੀ ਸੁੰਦਰਤਾ ਹੀ ਕੋਈ ਦੇ ਹੀ ਨਹੀਂ ਸਕਦਾ, ਨਾ ਕੋਈ ਬਣਾ ਸਕਦਾ। ਇਹ ਸੋਹਣਾ ਤਨ, ਇਹ ਸੋਹਣੇ ਨੈਣ ਨਕਸ਼ੇ, ਸੋਹਣੇ ਕੇਸ ਪਰਮਾਤਮਾ ਨੇ ਦਿੱਤੇ ਨੇ, ਇਹੋ ਜਿਹਾ ਕੋਈ ਹੋਰ ਬਣਾ ਨਹੀਂ ਸਕਦਾ ਹੈ। ਸਭ ਵਿਦਿਆ ਮੈਂ ਕੀਨ ਪਰਵੀਨੋ, ਤੇ ਮਹਾਰਾਜ ਜੀਆਂ ਨੇ ਸਾਰੀ ਵਿਦਿਆ ਵਿੱਚ ਨਿਪੁੰਨ ਕੀਤਾ। ਤੁਹਾਨੂੰ ਕੋਈ ਵੀ ਭਾਸ਼ਾ ਸਿੱਖਣੀ ਹੈ, ਸਿੱਖ ਸਕਦੇ ਜੇ। ਕੋਈ ਵੀ ਗ੍ਰੰਥ ਪੜ੍ਹਨਾ, ਪੜ੍ਹ ਸਕਦੇ ਜੇ। ਕੋਈ ਵੀ ਗਿਆਨ ਲੈਣਾ, ਲੈ ਸਕਦੇ ਹੋ। ਤੇ ਗੁਰਮੁਖੋ ਮਹਾਰਾਜ ਨੇ ਤੇ ਆਪ ਕਈ ਭਾਸ਼ਾ ਵਿੱਚ ਗ੍ਰੰਥ ਲਿਖੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਈ ਭਾਸ਼ਾ ਵਿੱਚ ਹੈ। 10ਵੇਂ ਗੁਰੂ ਦੀ ਬਾਣੀ ਪੜ੍ਹੋਗੇ ਤੇ ਉਹ ਵੀ ਕਈ ਭਾਸ਼ਾ ਵਿੱਚ ਹੈ। ਇਕੱਲਾ ਜਾਪ ਸਾਹਿਬ ਹੀ ਪੜ੍ਹ ਲਓ ਤੇ ਉਹਦੇ ਵਿੱਚ ਕਈ ਭਾਸ਼ਾ ਮਿਲ ਜਾਂਦੀਆਂ। ਇਹ ਸਾਰੀਆਂ ਦਾਤਾਂ ਗੁਰੂ ਗੋਬਿੰਦ ਸਿੰਘ ਨੇ ਬਖਸ਼ੀਆਂ। ਅੱਗੇ ਮਹਾਰਾਜ ਹੋਰ ਕਿਹੜੀਆਂ ਕਿਹੜੀਆਂ ਦਾਤਾਂ ਦੇਣਗੇ, ਸਮਾਂ ਸਮਾਪਤ ਹੋ ਗਿਆ। ਬਾਕੀ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੁਟੀ ਹੈ, ਖਿਨ ਖਿਨ ਭੂਲਨ ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 21 ਤਰੀਕ ਤੋਂ